ਇਹ ਪੈਂਡੈਮਿਕ ਕਾਸ਼ ਕਿ ਸਾਨੂੰ ਪਹਿਲਾਂ ਪਤਾ ਹੁੰਦਾ ਕਿ ਇਹੋ ਜਿਹਾ ਕੁਝ ਆ ਰਿਹਾ ਹੈ ਤੇ ਅਸੀਂ ਆਪਣੀਆਂ ਸਾਰੀਆਂ ਲਾਈਫ ਦੀਆਂ ਪਲੈਨਿੰਗਸ ਜਿਹੜੀਆਂ ਨੇ ਉਸ ਹਿਸਾਬ ਦੇ ਨਾਲ ਜਿਹੜੀਆਂ ਕਰਦੇ ਕਿ ਸਿੱਧਾ ਵੈਂਡਰ ਨੂੰ ਜਾ ਕੇ ਪੁੱਛੀਏ ਵੀ ਸਾਡੇ ਪੈਸੇ ਮੋੜ ਦੇ, ਜੇ ਨਹੀਂ ਮੋੜਦਾ ਤਾਂ ਫਿਰ ਸਾਡੇ ਰਾਈਟਸ ਵੀ ਭੈਣ ਜੀ 15,000 ਡਿਪੋਜ਼ਿਟ ਦੇ ਦਿਓ, ਕੋਈ ਨਹੀਂ ਵਿਆਹ ਪੱਕਾ ਹੈ। ਮੂੰਹ ਜ਼ਬਾਨੀ ਗੱਲਬਾਤ ਕਰਦੇ ਮੂੰਹ ਜ਼ਬਾਨੀ ਗੱਲਬਾਤ ਹੁੰਦੀ ਹੈ। ਤੇ ਹੁਣ ਤੁਸੀਂ ਇਹ ਦੱਸੋ ਵੀ ਕੌਂਟਰੈਕਟ ਕਰਨਾ ਕਿ ਜੇ ਕਿਸੇ ਨੂੰ ਪਹਿਲਾਂ ਡਿਪੋਜ਼ਿਟ ਦੇਣਾ ਕੀ ਜ਼ਰੂਰੀ ਹੁੰਦਾ? ਸਭ ਤੋਂ ਪਹਿਲੀ ਸੋ ਜਿਹੜੀ ਉਹ ਡਿਪੋਜ਼ਿਟ ਦਿੰਦੇ ਆ ਉਹ ਅਸੀਂ ਗੱਲ ਸਮਝਦੇ ਆ ਵੀ ਕੋਈ ਡਿਪੋਜ਼ਿਟ ਇਹਦਾ ਕੋਈ ਮਤਲਬ ਆਵੇ ਆਹ ਤਰੀਕ ਨੂੰ ਇੰਨੇ ਬੰਦੇ ਸਾਡੀ ਫੰਕਸ਼ਨ ਤੇ ਹੋਣਗੇ। ਸੋ ਦੈਟਸ ਉਹ ਕੋਈ ਇਸ਼ੂ ਨਹੀਂਗਾ ਜਿਹੜਾ ਡਿਪੋਜ਼ਿਟ ਦੇਣਾ। ਪਰ ਹੁਣ ਜਿਹੜਾ ਡਿਪੋਜ਼ਿਟ ਬੈਕ ਲੈਣਾ ਉੱਥੇ ਸਾਨੂੰ ਮੁਸੀਬਤ ਆ ਰਹੀ ਆ। ਬਿਜ਼ਨਸ ਪ੍ਰੈਕਟਿਸਿਜ਼ ਐਂਡ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਤੇ ਉਹਦੇ ਵਿੱਚ ਉਹਦੇ ਹਿਸਾਬ ਦੇ ਨਾਲ ਲਿਖ ਲਿਖਾਈ ਹੋਣੀ ਚਾਹੀਦੀ ਆ। ਸੋ ਲਿਖ ਲਿਖਾਈ ਦੇ ਹਿਸਾਬ ਦੇ ਨਾਲ ਜੇ ਤੁਸੀਂ ਪੈਸੇ ਦਿੱਤੇ ਆ, ਕੰਟਰੈਕਟ ਤੁਸੀਂ ਬਣਾਇਆ ਹੋਇਆ, ਫਿਰ ਤਾਂ ਤੁਹਾਨੂੰ ਉਹਦੇ ਵਿੱਚੋਂ ਤੁਹਾਨੂੰ ਆਮ ਤੌਰ ਤੇ ਉਹ ਮਿਲਣੇ ਚਾਹੀਦੇ ਆ। ਆਮ ਤੌਰ ਤੇ ਉਹ ਤੁਹਾਨੂੰ ਤਾਂ ਮਿਲਣੇ ਚਾਹੀਦੇ ਆ ਕਿਉਂ ਕਰਕੇ ਉਹਦੇ ਵਿੱਚ ਲਿਖ ਲਿਖਾਈ ਉਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ। ਪਰ ਮੈਂ ਕਹਿ ਸਕਦੀ ਹਾਂ ਲਿਖ ਲਿਖਾਈ ਕਿਤੇ ਹੁੰਦੀ ਨਹੀਂ ਗੀ। ਵੀ ਜਦੋਂ ਤੁਸੀਂ ਬੈਕ ਆਪਣੇ ਪੈਸੇ ਮੰਗ ਲਏ ਡਿਪੋਜ਼ਿਟ, ਤੁਹਾਨੂੰ ਉਹ 15 ਦਿਨਾਂ ਦੇ ਵਿੱਚ ਉਹਨਾਂ ਨੂੰ ਦੇਣੇ ਪੈਣੇ। ਪਰ ਤੁਹਾਨੂੰ ਲਿਖ ਕੇ ਦੇਖੋ ਆਹ ਦਿਨ ਤੇ ਮੈਂ ਤੁਹਾਨੂੰ ਪੈਸੇ ਦੇ ਕੇ ਆਇਆ ਤੇ ਤੁਹਾਨੂੰ ਮੈਨੂੰ ਬੈਕ ਦੇਣੇ ਚਾਹੀਦੇ ਆ। ਪਰ ਮੁਸੀਬਤ ਹੈਗੀ ਆ ਵੀ ਹੁਣ ਜਿਹੜਾ ਸਾਡਾ ਹਾਲਾਤ ਆ, ਸਮ ਆਫ ਥੀਸ ਪੀਪਲ ਇਹਨਾਂ ਨੇ ਪੈਸੇ ਆਪਣੇ ਆਲਰੇਡੀ ਖਰਚ ਚੁੱਕੇ ਆ, ਕੋਈ ਪੈਸੇ ਦੇਣ ਨੂੰ ਹੈ ਨਹੀਂ। ਬਿਲਕੁਲ। ਤੇ ਕਈ ਤੁਹਾਨੂੰ ਜਵਾਬ ਨਹੀਂ ਦਿੰਦੇ। ਸੋ ਤੁਸੀਂ ਸਾਡੇ ਵਰਗਿਆਂ ਨੂੰ ਐਗਜ਼ੈਕਟਲੀ ਸਾਡੇ ਵਰਗਿਆਂ ਨਾਲ ਗੱਲ ਕਰਨੀ ਪੈਣੀ ਹੈ ਕਿ ਨਹੀਂ, ਨਾਟ ਨੈਸੈਸਰੀਲੀ। ਤੁਹਾਨੂੰ ਹਿਸਾਬ ਲੱਭਣਾ ਪੈਣਾ ਵੀ ਕਾਮਨ ਸੈਂਸ ਵਰਤੋ, ਰਾਈਟ? ਹੁਣ ਸਾਨੂੰ ਪਤਾ 50 ਬੰਦਿਆਂ ਤੋਂ ਘੱਟ ਅਸੀਂ ਇਕੱਠੇ ਹੋ ਸਕਦੇ ਹਾਂ। ਠੀਕ ਹੈ। ਜਿਹੜੇ ਵੈਂਡਰਸ ਆ ਉਹ ਥੋੜਾ ਜਿਹਾ ਆਪਦਾ ਸੋਚਣ ਵੀ ਅਸੀਂ ਆਪਣੀ ਜਿਹੜੀ ਰੈਪਿਊਟੇਸ਼ਨ ਹੈ, ਅਸੀਂ ਆਪਦੀ ਬਿਜ਼ਨਸ ਕਿੱਦਾਂ ਕਾਮਯਾਬ ਰੱਖਣੀ ਆ, ਕਿੱਦਾਂ ਅਸੀਂ ਲੋਕਾਂ ਦੇ ਨਾਲ ਅਸੀਂ ਵਰਤਣਾ, ਕਿਉਂ ਕਰਕੇ ਜਿਹੜੀ ਸਾਡੀ ਵਰਤਾਵਨ ਹੁੰਦੀ ਆ ਉਹਦੇ ਨਾਲ ਹੀ ਸਾਡਾ ਕੰਮ ਚੱਲਦਾ। ਅਗਲਾ ਕਲਾਇੰਟ ਉਹਦੇ ਨਾਲ ਹੀ ਆਉਣਾ, ਰਾਈਟ? ਸੋ ਜਿੱਥੇ ਤੱਕ ਮੇਰਾ ਖਿਆਲ ਹੈਗਾ ਉਹਨਾਂ ਦੀ ਸੋਚਣੀ ਚਾਹੀਦੀ ਹੈ ਵੀ ਦੇਖੋ ਜੇ ਤੁਸੀਂ ਅੱਜ ਨਹੀਂ ਵਿਆਹ ਕਰਨਾ, ਤੁਸੀਂ ਗਾਂਹ ਕਰ ਲਓ, ਤੁਹਾਡੀਆਂ ਤਰੀਕਾਂ ਅਸੀਂ ਹੋਰ ਦੇ ਦਿੰਦੇ ਹਾਂ, ਤੁਹਾਡੇ ਡਿਪੋਜ਼ਿਟ ਰੱਖ ਲੈਂਦੇ ਹਾਂ, ਉਹ ਹੋਰ ਕੰਟਰੈਕਟ ਕਰ ਸਕਦੇ ਆ। ਠੀਕ ਹੈ। ਜਿਹੜੇ ਹੁਣ ਇਹਨਾਂ ਨੇ ਕੰਟਰੈਕਟ ਕੀਤੇ ਹੋਏ ਆ, ਜਿਹੜਾ ਸਾਲ ਪਹਿਲਾਂ ਕੀਤਾ, 2 ਸਾਲ ਪਹਿਲਾਂ ਕੀਤਾ, ਜਾਂ ਈਵਨ 6 ਮਹੀਨੇ ਪਹਿਲਾਂ ਕੀਤਾ, ਇਹਨਾਂ ਨੂੰ ਫਿਊਚਰ ਸਰਵਿਸਿਜ਼ ਕੰਟਰੈਕਟਸ ਕਹਿੰਦੇ ਆ। ਤੇ ਮੈਂ ਤੁਹਾਨੂੰ $5,000 ਦੇ ਦਿੱਤਾ, ਠੀਕ ਹੈ, ਰਾਈਟ? ਤੁਸੀਂ ਮੈਨੂੰ ਕੋਈ ਰਸੀਦ ਵੀ ਨਹੀਂ ਦਿੱਤੀ। ਹਾਂਜੀ। ਪਰ ਤੁਸੀਂ ਆਪਣੇ ਕੋਲ ਸਬੂਤ ਤਾਂ ਫਿਰ ਵੀ ਹੈਗੇ ਆ। ਸਬੂਤ ਉਹ ਹੈਗੇ ਆ ਵੀ ਜਿਹੜੀ ਮੈਂ ਤੁਹਾਨੂੰ ਕੋਈ ਪਰਚੀ ਦਿੱਤੀ, ਜੇ ਮੈਂ ਪਰਚੀ ਵੀ ਨਾ ਦੇਵਾਂ, ਮੈਂ ਮੂੰਹ ਜ਼ਬਾਨੀ ਉਹ ਕਹਿ ਦਾਂ ਵੀ ਮੈਂ ਆਪਣੇ ਅਕਸਰ ਹੀ ਕਹਿ ਦਿੰਦੇ ਨੇ ਉਹ ਯਾਰ ਬੰਦੇ ਦੀ ਗੱਲ ਤੇ ਜ਼ਬਾਨ ਮਤਲਬ ਜ਼ਬਾਨ ਤੇ ਤੈਨੂੰ ਯਕੀਨ ਨਹੀਂ ਹੈਗਾ, ਦੇ ਦਿਆਂਗੇ, ਫਿਰ ਕਹਿ ਦਿਆਂਗੇ। ਫਿਰ ਤੁਸੀਂ ਚਲੇ ਗਏ, ਪੈਸੇ ਦਿੱਤੇ ਤੁਸੀਂ ਮੈਨੂੰ ਪੱਟੀ ਬੈਂਕੁਏਟ ਹਾਲ ਵਾਸਤੇ, ਤੇ ਤੁਸੀਂ ਪੈਸੇ ਦੇ ਕੇ ਚਲੇ ਗਏ, ਤੇ ਹੁਣ ਮੇਰਾ ਤੇ ਤੁਹਾਡਾ ਤਾਂ ਕੋਈ ਕੰਟਰੈਕਟ ਨਹੀਂ ਹੈ। 5,000 ਤਾਂ ਮੇਰਾ ਹੋ ਗਿਆ। ਨਹੀਂ, ਸਾਡਾ ਕੰਟਰੈਕਟ ਫਿਰ ਵੀ ਹੈਗਾ, ਓਰਲ ਕੰਟਰੈਕਟ ਆ। ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਨਿੱਘਾ ਸਵਾਗਤ। ਮੈਂ ਤੁਹਾਡੀ ਆਪਣੀ ਮੇਜ਼ਬਾਨ ਅੰਮ੍ਰਿਤ ਭੱਟੀ। ਦੋਸਤੋ, ਮਹਾਮਾਰੀ ਕਾਸ਼ ਕੀ ਦਰਵਾਜ਼ਾ ਖੜਕਾ ਕੇ ਆ ਜਾਂਦੀ। ਇਹ ਪੈਂਡੈਮਿਕ ਕਾਸ਼ ਕਿ ਸਾਨੂੰ ਪਹਿਲਾਂ ਪਤਾ ਹੁੰਦਾ ਕਿ ਇਹੋ ਜਿਹਾ ਕੁਝ ਆ ਰਿਹਾ ਹੈ ਤੇ ਅਸੀਂ ਆਪਣੀਆਂ ਸਾਰੀਆਂ ਲਾਈਫ ਦੀਆਂ ਪਲੈਨਿੰਗਸ ਜਿਹੜੀਆਂ ਨੇ ਉਸ ਹਿਸਾਬ ਦੇ ਨਾਲ ਜਿਹੜੀਆਂ ਕਰਦੇ। ਹੁਣ ਇਹ ਮਹਾਮਾਰੀ ਤੋਂ ਪਹਿਲਾਂ ਜਦੋਂ 2020 ਚੜ੍ਹਿਆ, 2020, ਸਾਰਿਆਂ ਨੂੰ ਲੱਗਿਆ ਕਿ ਇੱਕ ਨਵੀਂ ਸਦੀ ਜਿਹੜੀ ਹੈਗੀ, ਇੱਕ ਨਵਾਂ ਦਹਾਕਾ ਜਿਹੜਾ ਉਹ ਸ਼ੁਰੂ ਹੋ ਰਿਹਾ। ਨਵੇਂ ਦਹਾਕੇ ਦੇ ਵਿੱਚ ਅਸੀਂ ਵਿਆਹ ਕਰਵਾਵਾਂਗੇ, ਨਵੇਂ ਦਹਾਕੇ ਦੇ ਵਿੱਚ ਅਸੀਂ ਇਹ ਪਾਰਟੀ ਕਰਾਂਗੇ, ਅਸੀਂ ਉੱਥੇ ਜਾਵਾਂਗੇ। ਬਹੁਤ ਸਾਰੇ ਲੋਕਾਂ ਨੇ ਬੜੇ ਸਾਲਾਂ ਤੋਂ ਪਲਾਨ ਕੀਤਾ ਹੋਇਆ ਸੀ ਕਿ 2020 ਦੇ ਵਿੱਚ ਅਸੀਂ ਕੋਈ ਸਪੈਸ਼ਲ ਇਵੈਂਟਸ ਜਿਹੜੇ ਨੇ ਉਹ ਆਰਗੇਨਾਈਜ਼ ਜਿਹੜੇ ਅਸੀਂ ਕਰਾਂਗੇ। ਨੰਬਰ ਵੀ ਬੜਾ ਸੋਹਣਾ ਲੱਗਦਾ ਸੀ, 2020 ਸਾਰੀ ਉਮਰ ਯਾਦ ਵੀ ਰਹਿਣਾ ਸੀ। ਲੇਕਿਨ ਲੋਕਾਂ ਨੇ ਆਪਣੇ ਵਿਆਹ ਜਿਹੜੇ ਸੀ ਉਹ ਸਾਰੇ ਆਰਗੇਨਾਈਜ਼ ਕੀਤੇ, ਸਾਰੇ ਹਾਲ ਬੁੱਕ ਕੀਤੇ, ਜਿੰਨੇ ਸਾਡੇ ਫੋਟੋਗ੍ਰਾਫਰਸ ਨੇ ਉਹਨਾਂ ਨੂੰ ਬੁੱਕ ਕੀਤਾ, ਰੈਸਟੋਰੈਂਟਸ ਬੁੱਕ ਕੀਤੇ, ਜਿੰਨੇ ਮੇਕਅਪ ਆਰਟਿਸਟ ਹੈ, ਮਹਿੰਦੀ ਆਰਟਿਸਟ ਹੈ, ਲਾਈਕ ਯੂ ਨੇਮ ਇਟ, ਕਿ ਜਿਹੜੇ ਵੀ ਵੈਂਡਰਸ ਵਿਆਹ ਦੇ ਵਿੱਚ ਹੁੰਦੇ ਆ ਸਾਰਿਆਂ ਨੂੰ ਬੁੱਕ ਕਰਨ ਦੇ ਲਈ 2-2, 3-3 ਸਾਲ ਦਾ ਸਮਾਂ ਚਾਹੀਦਾ ਹੁੰਦਾ ਹੈ। ਕਿਉਂਕਿ ਜੇ ਅੱਜ ਵਿਆਹ ਕਰਨਾ ਹੈ ਨਾ ਕਿਸੇ ਗੁਰਦੁਆਰੇ ਦੇ ਵਿੱਚ, ਉਹ ਕਹਿ ਦਿੰਦੇ ਆ 2 ਸਾਲ ਤਾਂ ਘੱਟੋ ਘੱਟ ਵੇਟ ਕਰਨੀ ਪੈਣੀ ਹੈ ਜਾਂ ਪਹਿਲਾਂ ਬੁੱਕ ਕਰ ਲਓ। ਇੰਨੀ ਦੇਰ ਦੇ ਵਿਆਹ ਜਿਹੜੇ ਬੁੱਕ ਕੀਤੇ ਸੀਗੇ ਉਹ ਅੱਜ ਹੋ ਨਹੀਂ ਰਹੇ ਕਿਉਂਕਿ ਅਸੀਂ ਸੋਸ਼ਲ ਗੈਦਰਿੰਗ ਕਰ ਨਹੀਂ ਸਕਦੇ। ਹੁਣ ਜਿਹੜੇ ਸਾਡੇ ਡਿਪੋਜ਼ਿਟ ਦਿੱਤੇ ਹੋਏ ਨੇ ਉਹਨਾਂ ਦਾ ਕੀ ਕਰੀਏ? ਵਾਪਸ ਮਿਲਣਗੇ? ਕੀ ਮਿਲਣੇ ਹੀ ਨਹੀਂ।
ਜੇ ਵਾਪਸ ਨਹੀਂ ਮਿਲਣਗੇ ਤਾਂ ਫਿਰ ਅਸੀਂ ਕੀ ਕਰਾਂਗੇ? ਜੇ ਵਾਪਸ ਮਿਲ ਜਾਂਦੇ ਨੇ ਤਾਂ ਕਿਵੇਂ ਲੈਣੇ ਨੇ? ਕਿ ਸਿੱਧਾ ਸਿੱਧਾ ਵੈਂਡਰ ਨੂੰ ਜਾ ਕੇ ਪੁੱਛੀਏ ਵੀ ਸਾਡੇ ਪੈਸੇ ਮੋੜ ਦੇ? ਜੇ ਨਹੀਂ ਮੋੜਦਾ ਤਾਂ ਫਿਰ ਸਾਡੇ ਰਾਈਟਸ ਕੀ ਨੇ? ਵੈਂਡਰ ਜਿਹੜੇ ਹੈਗੇ ਨੇ ਅੱਜ ਉਹ ਵੀ ਸਖਤੇ ਦੇ ਵਿੱਚ ਨੇ, ਉਹਨਾਂ ਦੇ ਰਾਈਟਸ ਕੀ ਨੇ? ਬਹੁਤ ਸਾਰੇ ਕੁਐਸਚਨਸ ਹੈ ਜਿਹੜੇ ਸਾਡੇ ਮਾਈਂਡ ਦੇ ਵਿੱਚ ਨੇ ਔਰ ਜਵਾਬ ਦੇ ਸਕਦੇ ਨੇ ਪ੍ਰੋਫੈਸ਼ਨਲਸ। ਵੈਲ, ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ, ਵਕੀਲ ਨੇ ਉਪਹਾਰ ਧਾਲੀਵਾਲ ਜੀ। ਉਪਹਾਰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਉਪਹਾਰ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਪ੍ਰੈਕਟਿਸ ਜਿਹੜੀ ਹੈ ਉਹ ਕਿਸ ਫੀਲਡ ਦੇ ਵਿੱਚ ਕਰਦੇ ਹੋ? ਅਸੀਂ ਪ੍ਰੈਕਟਿਸ ਸਾਡੀ ਦਫ਼ਤਰ ਦੇ ਵਿੱਚ ਸਾਡੀ ਇਮੀਗ੍ਰੇਸ਼ਨ ਲਾਅ ਹੁੰਦੀ ਹੈ, ਫੈਮਿਲੀ ਲਾਅ ਹੁੰਦੀ ਹੈ, ਕ੍ਰਿਮੀਨਲ ਲਾਅ, ਪਰਸਨਲ ਇੰਜਰੀ, ਸਿਵਲ ਅਸਟੇਟਸ, ਪੂਰੀ ਫੁੱਲ ਸਰਵਿਸ ਲਾਅ ਫਰਮ ਹੈ ਸਾਡੀ। ਵੈਰੀ ਗੁੱਡ, ਦੈਟ ਇਜ਼ ਪਰਫੈਕਟ। ਹੁਣ ਅੱਜ ਜਿਹਦੇ ਵਾਸਤੇ ਆਪਾਂ ਇਕੱਠੇ ਹੋਏ ਆ ਨਾ ਉਪਹਾਰ, ਬਹੁਤ ਸਾਰੇ ਲੋਕਾਂ ਨੇ ਜਿਹੜੇ ਪੈਸੇ ਦਿੱਤੇ ਹੋਏ ਨੇ ਵੈਂਡਰਸ ਨੂੰ, ਬਹੁਤ ਸਾਰੇ ਲੋਕਾਂ ਨੇ ਡਿਪੋਜ਼ਿਟ ਦਿੱਤੇ ਹੋਏ ਨੇ। ਹੁਣ ਸਭ ਤੋਂ ਪਹਿਲੀ ਤਾਂ ਗੱਲ ਇਹ ਹੈਗੀ ਆ ਵੀ ਆਪਣੇ ਇੰਡੀਅਨ ਲੋਕਾਂ ਦੇ ਵਿੱਚ ਨਾ ਆਈ ਨਹੀਂ ਹੁੰਦਾ ਵੀ ਤੁਸੀਂ ਇੱਕ ਕੰਟਰੈਕਟ ਬਣਾਇਆ ਤੇ ਮੈਂ ਉਹਨੂੰ ਸਾਈਨ ਕਰਨਾ। ਤੁਸੀਂ ਜੇ ਇੱਕ ਬੰਦੇ ਨੇ ਕਿਹਾ ਨਾ ਵੀ ਭੈਣ ਜੀ 15,000 ਡਿਪੋਜ਼ਿਟ ਦੇ ਜਾਓ, ਕੋਈ ਨਹੀਂ ਵਿਆਹ ਪੱਕਾ ਹੈ, ਮੂੰਹ ਜ਼ਬਾਨੀ ਗੱਲਬਾਤ ਕਰਦੇ, ਮੂੰਹ ਜ਼ਬਾਨੀ ਗੱਲਬਾਤ ਹੁੰਦੀ ਹੈ। ਤੇ ਹੁਣ ਤੁਸੀਂ ਇਹ ਦੱਸੋ ਵੀ ਕੰਟਰੈਕਟ ਕਰਨਾ ਕੀ, ਜੇ ਕਿਸੇ ਨੂੰ ਪਹਿਲਾਂ ਡਿਪੋਜ਼ਿਟ ਦੇਣਾ ਕੀ ਜ਼ਰੂਰੀ ਹੁੰਦਾ? ਸਭ ਤੋਂ ਪਹਿਲੀ ਗੱਲ ਉਹ ਆਪੋ ਆਪਣੀ ਬਿਜ਼ਨਸ ਜਿੱਦਾਂ ਲੋਕੀ ਚਲਾਉਂਦੇ ਆ, ਕਈਆਂ ਨੇ ਤਰੀਕ ਥੋੜੀ ਹੋਲਡ ਨਹੀਂ ਕਰਨੀ ਬਿਨਾਂ ਡਿਪੋਜ਼ਿਟ ਤੋਂ, ਕਿਉਂ ਕਰਕੇ ਲੋਕੀ ਬਣ ਜਾਂਦੇ ਆ ਤੇ ਜੇ ਬਿਨਾਂ ਡਿਪੋਜ਼ਿਟ ਤੋਂ ਉਹ ਇਦਾਂ ਕਰਦੇ ਆ, ਕੋਈ ਗਾਰੰਟੀ ਨਹੀਂ ਕਿ ਵੀ ਉਹਨਾਂ ਨੂੰ ਹੀ ਵਰਤਣਾ। ਸੋ ਜਿਹੜੀ ਉਹ ਡਿਪੋਜ਼ਿਟ ਦਿੰਦੇ ਆ ਉਹ ਅਸੀਂ ਗੱਲ ਸਮਝਦੇ ਆ ਵੀ ਕੋਈ ਡਿਪੋਜ਼ਿਟ ਇਹਦਾ ਕੋਈ ਮਤਲਬ ਆਵੇ ਆਹ ਤਰੀਕ ਨੂੰ ਇੰਨੇ ਬੰਦੇ ਸਾਡੀ ਫੰਕਸ਼ਨ ਤੇ ਹੋਣਗੇ। ਸੋ ਦੈਟਸ ਉਹ ਕੋਈ ਇਸ਼ੂ ਨਹੀਂਗਾ ਜਿਹੜਾ ਡਿਪੋਜ਼ਿਟ ਦੇਣਾ। ਪਰ ਹੁਣ ਜਿਹੜਾ ਡਿਪੋਜ਼ਿਟ ਬੈਕ ਲੈਣਾ, ਉੱਥੇ ਸਾਨੂੰ ਮੁਸੀਬਤ ਆ ਰਹੀ ਆ। ਬਟ ਬੈਕ ਲੈਣ ਵਾਸਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਡਿਪੋਜ਼ਿਟ ਬੈਕ ਪਹਿਲਾਂ ਤਾਂ ਸਾਨੂੰ ਇਹੀ ਨਹੀਂ ਪਤਾ ਮਿਲ ਸਕਦਾ। ਓਕੇ, ਇਹਦਾ ਜਿਹੜਾ ਜਵਾਬ ਹੈਗਾ ਇੰਨਾ ਈਜ਼ੀ ਨਹੀਂਗਾ। ਓਹ ਅੱਛਾ। ਸੋ ਆਪਣੀ ਹੈਗੀ ਆ ਬਿਜ਼ਨਸ Consumer Protection Act, ਅੱਛਾ, Business Practices and Consumer Protection Act, ਤੇ ਉਹਦੇ ਵਿੱਚ ਉਹਦੇ ਹਿਸਾਬ ਦੇ ਨਾਲ ਲਿਖ ਲਿਖਾਈ ਹੋਣੀ ਚਾਹੀਦੀ ਆ। ਸੋ ਲਿਖ ਲਿਖਾਈ ਦੇ ਹਿਸਾਬ ਦੇ ਨਾਲ ਜੇ ਤੁਸੀਂ ਪੈਸੇ ਦਿੱਤੇ ਆ, ਕੰਟਰੈਕਟ ਤੁਸੀਂ ਬਣਾਇਆ ਹੋਇਆ, ਫਿਰ ਤਾਂ ਤੁਹਾਨੂੰ ਉਹਦੇ ਵਿੱਚੋਂ ਤੁਹਾਨੂੰ ਆਮ ਤੌਰ ਤੇ ਉਹ ਮਿਲਣੇ ਚਾਹੀਦੇ ਆ। ਆਮ ਤੌਰ ਤੇ ਉਹ ਤੁਹਾਨੂੰ ਤਾਂ ਮਿਲਣੇ ਚਾਹੀਦੇ ਆ ਕਿਉਂ ਕਰਕੇ ਉਹਦੇ ਵਿੱਚ ਲਿਖ ਲਿਖਾਈ ਉਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ। ਪਰ ਮੈਂ ਕਹਿ ਸਕਦੀ ਹਾਂ ਲਿਖ ਲਿਖਾਈ ਕਿਤੇ ਹੁੰਦੀ ਨਹੀਂ ਗੀ, ਪ੍ਰੋਪਰ ਨਹੀਂ ਹੁੰਦੀ। ਬਿਲਕੁਲ ਯੂਜੂਅਲੀ ਅਸੀਂ ਜਿੱਦਾਂ ਕੰਟਰੈਕਟ ਜਿਹੜੇ ਅਸੀਂ ਦੇਖੇ ਆ, ਹਾਲ ਦਾ ਨਾਂ, ਬ੍ਰਾਈਡ ਗਰੂਮ ਦਾ ਨਾਂ ਲਿਖਿਆ ਹੁੰਦਾ, ਕਿੰਨੇ ਬੰਦੇ ਹੋਣੇ ਆ, ਤਕਰੀਬਨ ਕੀ ਮੈਨਿਊ ਹੁੰਦਾ, ਪਰ ਉਹ ਇੱਕ ਕਿਸਮ ਦਾ ਕੰਟਰੈਕਟ ਹੈਗਾ, ਉਹ ਲਿਖ ਲਿਖਾਈ ਆ, ਉਹ ਕੰਟਰੈਕਟ ਆ। ਅੱਛਾ। ਤੇ ਉਹਦੇ ਵਿੱਚ ਜਿਹੜੀ ਕਾਨੂੰਨ ਦੇ ਹਿਸਾਬ ਦੇ ਨਾਲ, ਐਕਟ ਦੇ ਹਿਸਾਬ ਦੇ ਨਾਲ ਕੁਝ ਲਿਖਿਆ ਜਿਹੜਾ ਨਹੀਂ ਹੋਇਆ, ਉਹ ਜਿਹੜੇ ਆਪਣੇ ਹੈਗੇ ਆ ਬ੍ਰਾਈਡ ਗਰੂਮ ਕਹਿ ਲਓ ਜਾਂ ਉਹਨਾਂ ਦੀ ਫੈਮਿਲੀ ਮੈਂਬਰਸ ਜਿਨ੍ਹਾਂ ਨੇ ਕੰਟਰੈਕਟ ਕੀਤਾ, ਉਹਨਾਂ ਦੇ ਫਾਇਦੇਮੰਦ ਦੀ ਗੱਲ ਆ। ਕਿਉਂ ਕਰਕੇ ਉਹਦੇ ਵਿੱਚ ਕੋਈ ਇਹਦੇ 'ਚ ਇਹ ਨਹੀਂ ਲਿਖਿਆ ਹੋਇਆ ਵੀ ਤੁਹਾਨੂੰ ਜਿਹੜੇ ਤੁਹਾਡੇ ਪੈਸੇ ਆ ਕਿਸ ਰੀਜ਼ਨ ਵਾਸਤੇ ਤੁਹਾਨੂੰ ਬੈਕ ਮਿਲਣਗੇ ਜਾਂ ਨਹੀਂ ਬੈਕ ਮਿਲਣਗੇ। ਠੀਕ ਹੈ। ਪਰ ਕਿਉਂ ਅਜੇ ਤੱਕ ਜਿਹੜੀ ਇਹ ਕਲੌਜ਼ਸ ਅਸੀਂ ਕੋਈ ਪ੍ਰੋਪਰ ਦੇਖੀ ਨਹੀਂ ਗਈ, ਤੇ ਅਸੀਂ ਕਾਫੀ ਕੰਟਰੈਕਟ ਦੇਖੇ ਆ। ਪਰ ਇਹ ਚੀਜ਼ ਮੈਂ ਕਹਿ ਸਕਦੀ ਹਾਂ ਵੀ ਜਦੋਂ ਤੁਸੀਂ ਬੈਕ ਆਪਣੇ ਪੈਸੇ ਮੰਗ ਲਏ ਡਿਪੋਜ਼ਿਟ, ਤੁਹਾਨੂੰ ਉਹ 15 ਦਿਨਾਂ ਦੇ ਵਿੱਚ ਉਹਨਾਂ ਨੂੰ ਦੇਣੇ ਪੈਣੇ ਆ। ਓਕੇ। ਪਰ ਤੁਹਾਨੂੰ ਲਿਖ ਕੇ ਦੇਖੋ ਆਹ ਦਿਨ ਤੇ ਮੈਂ ਤੁਹਾਨੂੰ ਪੈਸੇ ਦੇ ਕੇ ਆਇਆ ਤੇ ਤੁਹਾਨੂੰ ਮੈਨੂੰ ਬੈਕ ਦੇਣੇ ਚਾਹੀਦੇ ਆ। ਪਰ ਮੁਸੀਬਤ ਹੈਗੀ ਆ ਵੀ ਹੁਣ ਜਿਹੜਾ ਸਾਡਾ ਹਾਲਾਤ ਆ, ਸਮ ਆਫ ਥੀਸ ਪੀਪਲ ਇਹਨਾਂ ਨੇ ਪੈਸੇ ਆਪਣੇ ਆਲਰੇਡੀ ਖਰਚ ਚੁੱਕੇ ਆ, ਕੋਈ ਪੈਸੇ ਦੇਣ ਨੂੰ ਹੈ ਨਹੀਂ। ਬਿਲਕੁਲ। ਤੇ ਕਈ ਤੁਹਾਨੂੰ ਜਵਾਬ ਨਹੀਂ ਦਿੰਦੇ। ਸੋ ਤੁਸੀਂ ਸਾਡੇ ਵਰਗਿਆਂ ਨੂੰ ਐਗਜ਼ੈਕਟਲੀ ਸਾਡੇ ਵਰਗਿਆਂ ਨਾਲ ਗੱਲ ਕਰਨੀ ਪੈਣੀ ਹੈ ਕਿ ਨਹੀਂ, ਨਾਟ ਨੈਸੈਸਰੀਲੀ। ਤੁਹਾਨੂੰ ਹਿਸਾਬ ਲੱਭਣਾ ਪੈਣਾ ਵੀ ਕਾਮਨ ਸੈਂਸ ਵਰਤੋ, ਰਾਈਟ। ਹੁਣ ਸਾਨੂੰ ਪਤਾ 50 ਬੰਦਿਆਂ ਤੋਂ ਘੱਟ ਅਸੀਂ ਇਕੱਠੇ ਹੋ ਸਕਦੇ ਹਾਂ। ਠੀਕ ਹੈ। ਜਿਹੜੇ ਵੈਂਡਰਸ ਆ ਉਹ ਥੋੜਾ ਜਿਹਾ ਆਪਦਾ ਸੋਚਣ ਵੀ ਅਸੀਂ ਆਪਣੀ ਜਿਹੜੀ ਰੈਪਿਊਟੇਸ਼ਨ ਆ, ਅਸੀਂ ਆਪਦੀ ਬਿਜ਼ਨਸ ਕਿੱਦਾਂ ਕਾਮਯਾਬ ਰੱਖਣੀ ਆ, ਕਿੱਦਾਂ ਅਸੀਂ ਲੋਕਾਂ ਦੇ ਨਾਲ ਅਸੀਂ ਵਰਤਣਾ, ਕਿਉਂ ਕਰਕੇ ਜਿਹੜੀ ਸਾਡੀ ਵਰਤਾਵਨ ਹੁੰਦੀ ਆ ਉਹਦੇ ਨਾਲ ਹੀ ਸਾਡਾ ਕੰਮ ਚੱਲਦਾ। ਅਗਲਾ ਕਲਾਇੰਟ ਉਹਦੇ ਨਾਲ ਹੀ ਆਉਣਾ, ਰਾਈਟ। ਸੋ ਜਿੱਥੇ ਤੱਕ ਮੇਰਾ ਖਿਆਲ ਹੈਗਾ ਉਹਨਾਂ ਦੀ ਸੋਚਣੀ ਚਾਹੀਦੀ ਹੈ ਵੀ ਦੇਖੋ ਜੇ ਤੁਸੀਂ ਅੱਜ ਨਹੀਂ ਵਿਆਹ ਕਰਨਾ, ਤੁਸੀਂ ਗਾਂਹ ਕਰ ਲਓ, ਤੁਹਾਡੀਆਂ ਤਰੀਕਾਂ ਅਸੀਂ ਹੋਰ ਦੇ ਦਿੰਦੇ ਹਾਂ, ਤੁਹਾਡੇ ਡਿਪੋਜ਼ਿਟ ਰੱਖ ਲੈਂਦੇ ਹਾਂ, ਉਹ ਹੋਰ ਕੰਟਰੈਕਟ ਕਰ ਸਕਦੇ ਆ। ਠੀਕ ਹੈ। ਜਿਹੜੇ ਹੁਣ ਇਹਨਾਂ ਨੇ ਕੰਟਰੈਕਟ ਕੀਤੇ ਹੋਏ ਆ, ਜਿਹੜਾ ਸਾਲ ਪਹਿਲਾਂ ਕੀਤਾ, 2 ਸਾਲ ਪਹਿਲਾਂ ਕੀਤਾ ਜਾਂ ਈਵਨ 6 ਮਹੀਨੇ ਪਹਿਲਾਂ ਕੀਤਾ, ਇਹਨਾਂ ਨੂੰ ਫਿਊਚਰ ਸਰਵਿਸਿਜ਼ ਕੰਟਰੈਕਟਸ ਕਹਿੰਦੇ ਆ। ਤੇ ਫਿਊਚਰ ਕੰਟਰੈਕਟ ਤਾਂ ਜਿਵੇਂ ਆਹ ਪੇਪਰ ਹੈ ਨਾ ਜੀ, ਬਹੁਤ ਸਾਰੇ, ਜੇ ਮੇਰਾ ਇਹ ਮੰਨ ਲਓ ਵੀ ਅੱਜ ਮੇਰਾ ਹੈਗਾ ਭੱਟੀ ਬੈਂਕੁਏਟ ਹਾਲ, ਜੇ ਮੇਰੇ ਕੋਲ ਕੋਈ ਆਇਆ, ਮੈਂ ਉਹਨਾਂ ਦਾ ਨਾਮ ਲਿਖਿਆ, ਇੰਨੇ ਪੈਸੇ ਲਿਖੇ, ਕਾਪੀ ਫਾੜੀ, ਆ ਲਓ ਜੀ,
ਕੀ ਉਹ ਚੱਲਦਾ? ਚੱਲਦਾ, ਕਿਉਂ ਨਹੀਂ ਚੱਲਦਾ? ਹਾਂ ਪਰ ਕਈ ਚੀਜ਼ਾਂ ਤੁਸੀਂ ਲਿਖੀਆਂ ਨਹੀਂ ਗਈਆਂ, ਹਾਂ ਪਰ ਤੁਹਾਡੀ ਓਵਰਆਲ ਤਾਂ ਤੁਹਾਡਾ ਆਈ ਨਹੀਂ ਸੀ ਵੀ ਕੰਟਰੈਕਟ ਨਹੀਂ ਗਾ, ਤੇ ਉਹਦੇ ਵਿੱਚ ਤੁਹਾਡਾ ਸਬੂਤ ਹੈਗਾ ਵੀ ਇੰਨੇ ਪੈਸੇ ਤੁਸੀਂ ਦਿੱਤੇ ਆ। ਸੋ ਸਮਝੋ ਤੁਸੀਂ ਮੇਰੇ ਨਾਲ ਕੰਟਰੈਕਟ ਕੀਤਾ, ਠੀਕ ਹੈ, ਤੇ ਮੈਂ ਤੁਹਾਨੂੰ $5000 ਦੇ ਦਿੱਤਾ, ਠੀਕ ਹੈ, ਰਾਈਟ? ਤੁਸੀਂ ਮੈਨੂੰ ਕੋਈ ਰਸੀਦ ਵੀ ਨਹੀਂ ਦਿੱਤੀ, ਹਾਂਜੀ। ਪਰ ਤੁਸੀਂ ਆਪਣੇ ਕੋਲ ਸਬੂਤ ਤਾਂ ਫਿਰ ਵੀ ਹੈਗੇ ਆ। ਸਬੂਤ ਉਹ ਹੈਗੇ ਆ ਵੀ ਜਿਹੜੀ ਮੈਂ ਤੁਹਾਨੂੰ ਕੋਈ ਪਰਚੀ ਦਿੱਤੀ, ਜੇ ਮੈਂ ਪਰਚੀ ਵੀ ਨਾ ਦੇਵਾਂ, ਮੈਂ ਮੂੰਹ ਜ਼ਬਾਨੀਓ ਕਹਿ ਦਾਂ ਵੀ ਮੈਂ ਆਪਣੇ ਅਕਸਰ ਹੀ ਕਹਿ ਦਿੰਦੇ ਨੇ ਉਹ ਯਾਰ ਬੰਦੇ ਦੀ ਗੱਲ ਤੇ ਜ਼ਬਾਨ ਮਤਲਬ ਜ਼ਬਾਨ ਤੇ ਤੈਨੂੰ ਯਕੀਨ ਨਹੀਂ ਹੈਗਾ, ਦੇ ਦਿਆਂਗੇ, ਫਿਰ ਕਹਿ ਦਿਆਂਗੇ। ਫਿਰ ਤੁਸੀਂ ਚਲੇ ਗਏ, ਪੈਸੇ ਦਿੱਤੇ ਤੁਸੀਂ ਮੈਨੂੰ ਪੱਟੀ ਬੈਂਕੁਏਟ ਹਾਲ ਵਾਸਤੇ, ਤੇ ਤੁਸੀਂ ਪੈਸੇ ਦੇ ਕੇ ਚਲੇ ਗਏ, ਤੇ ਹੁਣ ਮੇਰਾ ਤੇ ਤੁਹਾਡਾ ਤਾਂ ਕੋਈ ਕੰਟਰੈਕਟ ਨਹੀਂ ਹੈ, 5000 ਤਾਂ ਮੇਰਾ ਹੋ ਗਿਆ। ਨਹੀਂ, ਸਾਡਾ ਕੰਟਰੈਕਟ ਫਿਰ ਵੀ ਹੈਗਾ, ਓਰਲ ਕੰਟਰੈਕਟ ਆ, ਉਹੀ ਸਾਡਾ ਓਰਲ ਕੰਟਰੈਕਟ ਆ। ਇਹਨੂੰ ਮੂੰਹ ਜ਼ਬਾਨੀ ਕੰਟਰੈਕਟ ਜਿਹਨੂੰ ਆਪਾਂ ਕਹਿੰਦੇ ਆ, ਇਹਨਾਂ ਨੂੰ ਓਰਲ ਕੰਟਰੈਕਟ ਆ। ਤੇ ਪਰ ਉਪਹਾਰ ਉਹਨੂੰ ਜੇ ਮੈਂ ਮੰਨਣਾ ਹੀ ਨਾ, ਜੇ ਤੁਸੀਂ ਕਿਹਾ ਵੀ ਮੈਂ ਅੰਮ੍ਰਿਤ ਨੂੰ 5000 ਦਿੱਤੇ ਨੇ, ਪਰ ਮੈਂ ਕਹਾਂ ਜੀ ਮੈਂ ਤਾਂ ਕਦੇ ਮਿਲੀ ਹੋਈ ਨਹੀਂ ਹੈਗੀ ਭੈਣ ਜੀ ਨੂੰ। ਹਾਂਜੀ, ਸਾਡੇ ਵਰਗੇ ਫਿਰ ਖੜਕਾਣ ਆ ਜਾਂਦੇ ਆ ਫਿਰ ਤੁਸੀਂ ਹੋਰ ਖੱਜਲ ਖੁਆਰ ਹੋਣਗੇ। ਉਹ ਤੁਹਾਡੀ ਮਰਜ਼ੀ, ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਖੜਕਣਾ ਕਿ ਨਹੀਂ। ਸੋ ਇਹਦੇ ਵਿੱਚ ਇਸ਼ੂ ਇਹ ਹੈਗਾ, ਸੋ ਅਸੀਂ ਪੈਸੇ 5000 ਫॉर ਐਗਜ਼ਾਮਪਲ, ਮੈਂ 5000 ਦਾ ਹੀ ਨੰਬਰ ਯੂਜ਼ ਕਰਨਾ, ਅਸੀਂ ਉਹ ਕਿੱਧਰੋਂ ਕੱਢੇ? ਅਸੀਂ ਚੈੱਕ ਲਿਖੀ ਆ, ਚੈੱਕ ਅੰਮ੍ਰਿਤ ਭੱਟੀ ਨੂੰ ਲਿਖੀ ਆ, ਰਾਈਟ? ਉਹਦੇ ਉੱਤੇ ਸਾਡਾ ਨਾਂ ਹੈਗਾ, ਸਾਡੀ ਬੈਂਕ ਸਟੇਟਮੈਂਟ ਤੋਂ ਅਸੀਂ ਦਿਖਾ ਸਕਦੇ ਹਾਂ ਵੀ ਕੈਸ਼ ਹੋ ਗਈ ਆ, ਉਹ ਸਾਡਾ ਸਬੂਤ ਆ। ਦੂਸਰੀ ਗੱਲ ਆ, ਪਰਚੀ ਆ, ਤੁਹਾਡੀ ਹੈਂਡ ਰਾਈਟਿੰਗ ਆ, ਇੱਕ ਆਂਢ ਗੁਆਂਢ ਦੀ ਨਹੀਂ ਗੀ, ਬਿਲਕੁਲ ਰਾਈਟ? ਤੇ ਸਾਡੇ ਨਾਲ ਹੋਰ ਕੋਈ ਗਿਆ ਸੀ, ਅਸੀਂ ਆਪ ਗਵਾਹ ਆ, ਰਾਈਟ? ਹਾਲ ਤੁਹਾਡੇ ਕੋਲ ਹੈਗਾ ਆ, ਬਿਲਕੁਲ ਠੀਕ ਹੈ। ਤੁਹਾਡੇ ਕੋਲ ਕੈਲੰਡਰ ਦੇ ਵਿੱਚ ਤੁਸੀਂ ਚੀਜ਼ ਪਾਉਨੇ ਆ, ਵਿਆਹ ਤਰੀਕ ਨੂੰ ਆ ਬੰਦੇ ਅਸੀਂ ਲਿਖੇ ਹੋਏ ਆ, ਸਬੂਤ ਇਕੱਠੇ ਕਰਨੇ, ਉਸ ਲੈਵਲ ਤੇ ਕਰ ਜਾਣਾ, ਉਹ ਠੀਕ ਹੈ, ਇਹ ਸਾਡਾ ਕੰਮ ਆ। ਬਿਲਕੁਲ ਬਿਲਕੁਲ ਸਹੀ ਹੈ। ਸੋ ਜਿਹੜਾ ਓਰਲ ਕੰਟਰੈਕਟ ਹੁੰਦਾ ਹੈ, ਜੈਂਟਲਮੈਨਸ ਕੰਟਰੈਕਟ, ਉਹਨੂੰ ਵੀ ਕੰਸੀਡਰ ਕੀਤਾ ਜਾਂਦਾ ਹੈ ਕੋਰਟ ਦੇ ਵਿੱਚ। 100% ਇਹ ਨਹੀਂ ਗਾ ਵੀ ਉਹਨਾਂ ਨੂੰ ਨਹੀਂ ਕੰਸੀਡਰ ਕਰਨਾ। ਅੱਛਾ, ਪਰ ਇਹ ਇੱਥੇ ਅਸੀਂ ਇਹ ਸਮਾਂ ਸਾਡਾ ਇਹੋ ਜਿਹਾ ਹੈਗਾ, ਇਹ ਕੋਰਟਾਂ ਦਾ ਸਮਾਂ ਨਹੀਂ ਗਾ, ਇਹ ਸਮਾਂ ਇਹੋ ਜਿਹਾ, ਡਾਲਰ ਅਮਾਉਂਟਸ ਇੰਨੇ ਹੈ ਨਹੀਂ ਗੇ, ਹਾਂ, ਪਰ ਉਹ ਇੰਨੇ ਵੀ ਨਹੀਂ ਜਿਹੜਾ ਤੁਸੀਂ ਉਹਨਾਂ ਨੂੰ ਗਵਾ ਸਕਦੇ ਆ। ਬਿਲਕੁਲ ਬਿਲਕੁਲ। ਤੁਸੀਂ ਲੋਕਾਂ ਨੂੰ ਕਾਮਨ ਸੈਂਸ ਵਰਤਣੀ ਚਾਹੀਦੀ ਆ, ਕਾਮਨ ਸੈਂਸ ਦੋਨੋਂ ਪਾਸਿਆਂ ਤੋਂ ਵਰਤਣੀ ਚਾਹੀਦੀ ਆ। ਇਹਦਾ ਕੋਈ ਰਾਹ ਹੋਣਾ ਚਾਹੀਦਾ। ਜਿੱਦਾਂ ਤੁਸੀਂ ਸੋਚੋ, ਕਈ ਹੁੰਦੇ ਆ ਵੀ ਅਸੀਂ ਵਿਆਹ ਅਸੀਂ ਵੇਟ ਨਹੀਂ ਕਰਨਾ, ਅਸੀਂ ਉਹਨਾਂ ਨੇ ਆਲਰੇਡੀ ਕਰ ਚੁੱਕੇ ਆ, ਠੀਕ ਹੈ, ਪਰ ਤੁਹਾਡੀ ਚਰਚਾ ਤਾਂ ਫਿਰ ਵੀ ਬਾਹਰ ਹੋਣੀ ਹੋਈ ਆ ਜੇ ਤੁਸੀਂ ਉਹ ਪੈਸੇ ਵਾਪਸ ਕੀਤੇ ਨਹੀਂਗੇ। ਸੋ ਬਿਜ਼ਨਸ ਨੂੰ ਦੇਖਣਾ ਪੈਂਦਾ ਵੀ ਸਾਡੇ ਕੋਲੇ ਆਪਸ਼ਨਸ ਕੀ ਹੈਗੇ ਆ। ਜਿੱਦਾਂ ਹੁਣ ਸਾਡੇ ਕੋਵਿਡ ਦੇ ਨਾਲ ਜਿਹੜੀ ਰੈਂਟਲ ਆ, ਇਹਦੀ ਵੀ ਹੈਲਪ ਮਿਲੀ ਹੋਈ ਆ ਲੋਕਾਂ ਨੂੰ, ਆਪਣੇ ਰੈਂਟਸ ਰਿਡਿਊਸ ਕਰ ਸਕਦੇ ਆ। ਤੁਹਾਨੂੰ ਆਪਣੀ ਬਿਜ਼ਨਸ ਨੂੰ ਦੇਖਣਾ ਪੈਣਾ ਵੀ ਮੈਂ ਇੱਕ ਵੈਂਡਰ ਦੂਜੇ ਵੈਂਡਰ ਤੱਕ ਅਸੀਂ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਹੈਲਪ ਕਰ ਸਕਦੇ ਆ। ਵੈਰੀ ਰਾਈਟ। ਜਿੰਨੀ ਉਹ ਚੀਜ਼ ਉਹ ਕਰਦੇ ਆ ਉਹਨਾਂ ਦਾ ਫਾਇਦਾ ਆ। ਬਿਲਕੁਲ ਨਹੀਂ, ਲੋਕਾਂ ਦੇ ਵਿੱਚ ਜਦੋਂ ਰੌਲਾ ਪਾਉਣ ਲੱਗਦੇ ਆ, ਸਾਡੇ ਲੋਕ ਬਹੁਤ ਜ਼ਿਆਦਾ ਲਾਉਂਦੇ, ਜ਼ਿਆਦਾ ਘੱਟ ਹੁੰਦਾ। ਹਾਂ, ਅੱਛਾ ਉਪਹਾਰ, ਤੁਸੀਂ ਹੁਣੇ ਗੱਲ ਕੀਤੀ ਸੀ ਵੀ ਮੈਂ ਬੈਂਕ ਅਕਾਊਂਟ ਚੋਂ ਪੈਸੇ ਕਢਾਏ ਆ, ਮੈਂ ਇੱਕ ਚੈੱਕ ਜਿਹੜਾ ਤੁਹਾਡੇ ਨਾਮ ਤੇ ਲਿਖਿਆ। ਅੱਛਾ, ਜਿਹੜਾ ਇਹ ਚੈੱਕ ਲਿਖਿਆ, ਸਪੋਜ਼ ਮੈਂ ਤੁਸੀਂ ਇਹ ਸੋਚੋ, ਆਪਾਂ ਐਗਜ਼ਾਮਪਲ ਉਹੀ ਸ਼ੁਰੂ ਕੀਤੀ, ਤੁਸੀਂ ਮੇਰੇ ਕੋਲੇ ਆਏ ਭੱਟੀ ਬੈਂਕੁਏਟ ਹਾਲ ਦੇ ਵਾਸਤੇ, ਔਰ ਉਹਦੇ ਵਾਸਤੇ ਤੁਸੀਂ ਮੈਨੂੰ ਚੈੱਕ ਦਿੱਤਾ, ਲੇਕਿਨ ਉਹ ਚੈੱਕ ਜਿਹੜਾ ਪੋਸਟ ਡੇਟਡ ਦਿੱਤਾ 6 ਮੰਥਸ ਬਾਅਦ ਦੇ ਵਿੱਚ, ਮਤਲਬ ਤੁਸੀਂ ਉਹਦੀ ਡੇਟ ਪਾਈ। ਹਾਂਜੀ, ਉਹ ਡੇਟ ਜਦੋਂ ਪਾਈ ਤਾਂ ਹੁਣ ਉਸ ਤੋਂ ਬਾਅਦ ਪੈਂਡੈਮਿਕ ਸ਼ੁਰੂ ਹੋ ਗਿਆ, ਜਿਨ੍ਹਾਂ ਲੋਕਾਂ ਨੇ ਦਸੰਬਰ ਦੇ ਵਿੱਚ ਬੁੱਕ ਕੀਤੇ ਹੋਣੇ ਆ ਮੇ ਬੀ ਜੂਨ ਦੇ ਵਾਸਤੇ, ਪੋਸਟ ਡੇਟਡ ਉਹਨਾਂ ਨੇ ਚੈੱਕ ਜਿਹੜੇ ਆ ਉਹ ਦੇਤੇ ਵੀ ਜੂਨ ਦੇ ਵਿੱਚ ਭਾਈ ਇਹਨੂੰ ਕੈਸ਼ ਕਰਾ ਲਈ। ਕੀ ਉਹ ਲੋਕ ਜਿਹੜੇ ਨੇ ਉਹ ਚੈੱਕ ਨੂੰ ਸਟਾਪ ਪੇਮੈਂਟ ਕਰਾ ਸਕਦੇ ਨੇ? ਕਰ ਸਕਦੇ ਆ। ਆਪਣੇ ਇਹ ਲੀਗਲ ਹੈ? ਯੈਸ, ਆਪਣੇ ਬੈਂਕ ਕੋਲੇ ਜਾ ਕੇ ਉਹ ਕਹਿ ਸਕਦੇ ਆ ਵੀ ਇਹਨੂੰ ਅਸੀਂ ਸਟਾਪ ਪੇਮੈਂਟ ਕਰਨੀ ਆ, ਪਰ ਉਹਨਾਂ ਨੂੰ ਸੇਮ ਟਾਈਮ ਤੇ ਲਿਖਣਾ ਚਾਹੀਦਾ ਵੀ ਜਿਹੜੇ ਬੈਂਕਵਟ ਵਾਲੇ ਉਹਨਾਂ ਨੂੰ ਵਾਰਨਿੰਗ ਦੇਣੀ ਚਾਹੀਦੀ ਆ ਵੀ ਦੇਖੋ ਤੁਸੀਂ ਆਪਣਾ ਕੰਟਰੈਕਟ ਫੁਲਫਿਲ ਨਹੀਂ ਕਰ ਸਕਦੇ, ਠੀਕ ਹੈ, ਅਸੀਂ ਸਟਾਪ ਪੇਮੈਂਟ ਕਰ ਦਿੱਤੀ ਆ, ਸਾਨੂੰ ਸਾਡੀ ਚੈੱਕ ਦੁਬਾਰਾ ਸਾਨੂੰ ਵਾਪਸ ਦੇ ਦਿਓ, ਰਾਈਟ? ਲਿਖ ਲਿਖਾਈ ਬਹੁਤ ਲਾਜ਼ਮੀ ਚੀਜ਼ ਆ ਇਸ ਸਮੇਂ ਦੇ ਵਿੱਚ। ਬਿਲਕੁਲ ਸਹੀ ਹੈ, ਰਾਈਟ? ਸੋ ਈਵਨ ਤੁਸੀਂ ਟੈਕਸਟ ਮੈਸੇਜ ਭੇਜਦੇ ਆ, ਉਹ ਵੀ ਲਿਖ ਲਿਖਾਈ ਆ, ਪਲੀਜ਼ ਡੂ ਨਾਟ cash that check, I've put a stop order on it। ਅਸੀਂ ਕੰਟਰੈਕਟ ਨਾ ਤੁਸੀਂ ਇਹਨੂੰ ਕਰ ਸਕਦੇ ਆ, ਕੰਟਰੈਕਟ ਨੂੰ ਫੁਲਫਿਲ ਨਾ ਅਸੀਂ ਕਰ ਸਕਦੇ ਆ। ਠੀਕ ਹੈ। ਸੋ ਜਿਹੜੇ ਅਸੀਂ ਈਮੇਲਸ ਕਰਦੇ ਆ, ਜਿਹੜੇ ਅਸੀਂ ਟੈਕਸਟ ਕਰਦੇ ਆ, ਉਹ ਸਾਰੇ ਲੀਗਲ ਡਾਕੂਮੈਂਟਸ ਨੇ ਜਿਹੜੇ ਯੂਜ਼ ਕੀਤੇ ਜਾ ਸਕਦੇ ਨੇ। ਉਹ ਲੀਗਲ ਡਾਕੂਮੈਂਟ ਨੈਸੈਸਰੀਲੀ ਨਹੀਂ, ਪਰ ਉਹ ਡਾਕੂਮੈਂਟ ਹੈਗੇ ਆ ਜਿਹੜੇ ਆਪਣੇ ਸਬੂਤਾਂ ਦੇ ਸਬੂਤਾਂ ਦੇ ਢੇਰ ਲਾਉਣੇ ਆ, ਉਹ ਸਬੂਤਾਂ ਦੇ ਵਿੱਚ ਲੱਗ ਜਾਂਦੇ ਨੇ। ਬਿਲਕੁਲ ਸਹੀ ਹੈ ਜੀ, ਠੀਕ ਹੈ। ਤੇ ਅੱਛਾ, ਜੇ ਸਪੋਜ਼ ਕਰੋ ਹੁਣ ਨੈਕਸਟ ਕੁਐਸਚਨ ਮੇਰਾ ਇਹ ਹੈਗਾ ਉਪਹਾਰ ਕਿ ਮੈਂ ਵੈਂਡਰ ਕੋਲ ਗਈ, ਵੈਂਡਰ ਕੋਲ ਜਾ ਕੇ ਮੈਂ ਆਰਡਰ ਕੀਤਾ, ਮੈਂ ਇੱਕ ਫੋਟੋਗ੍ਰਾਫਰ ਨੂੰ
ਜਿਹੜਾ ਉਹ ਹਾਇਰ ਕੀਤਾ ਹੋਇਆ ਸੀ, ਮੈਂ ਉਹਨੂੰ $5000 ਡਿਪੋਜ਼ਿਟ ਦਿੱਤਾ ਸੀ। ਜੇ ਹੁਣ ਉਹ ਫੋਟੋਗ੍ਰਾਫਰ ਕਹਿ ਰਿਹਾ ਹੈਗਾ ਕਿ ਦੇਖੋ ਜੀ ਮੇਰੇ ਕੋਲ ਇਹ ਆਇਆ ਹੋਇਆ, ਜਦੋਂ ਤੁਹਾਡਾ ਵਿਆਹ ਹੋਏਗਾ ਸਾਲ ਨੂੰ 2 ਸਾਲ ਨੂੰ ਮੈਂ ਐਡਜਸਟ ਕਰ ਦੇਣੇ ਆ, ਪਰ ਮੈਂ ਪੈਸੇ ਮੋੜਨੇ ਕੋਈ ਨਹੀਂ। ਉਹ ਇਦਾਂ ਕਰ ਨਹੀਂ ਸਕਦੇ। ਅੱਛਾ, ਉਹ ਇਦਾਂ ਕਰ ਨਹੀਂ ਸਕਦੇ। ਪਰ ਇੱਥੇ ਇੱਕ ਗੱਲ ਹੋਰ ਬੜੀ ਵੱਡੀ ਪ੍ਰੋਬਲਮ ਹੈ। ਫਿਰ ਤਾਂ ਉਹ ਜਿਹੜਾ ਫੋਟੋਗ੍ਰਾਫਰ ਹੈ, ਜੇ ਹੁਣ ਆਪਾਂ ਫਲਿੱਪ ਕਰੀਏ ਦੂਜੇ ਪਾਸੇ ਚੱਲੀਏ, ਜਿਹੜੇ ਵੈਂਡਰਸ ਨੇ ਉਹਨੇ ਅੱਗੇ 5 ਬੰਦੇ ਹਾਇਰ ਕੀਤੇ, 5 ਨੂੰ ਉਹਨੇ $500 ਜਿਹੜਾ ਉਹ ਡਿਪੋਜ਼ਿਟ ਵੀ ਦੇਤਾ। ਡਿਪੋਜ਼ਿਟ ਦੇਣ ਤੋਂ ਬਾਅਦ ਉਹਨੇ ਨਵੀਆਂ ਟੇਪਾਂ ਵੀ ਲਿਆਂਦੀਆਂ, ਨਵੀਆਂ ਚੀਜ਼ਾਂ ਵੀ ਲਿਆਂਦੀਆਂ ਉਹ ਵਿਆਹ ਵਾਸਤੇ। ਉਹਨੇ ਤਾਂ 5000 ਚੋਂ 4000 ਤੱਕ ਖਰਚਤਾ। ਸੋ ਉਹਦੇ ਵਿੱਚ ਇਹ ਹੁੰਦਾ ਆ ਵੀ ਉਹਨਾਂ ਨੇ ਕੀ ਕੀਤਾ ਆ। ਅੱਛਾ, ਰਾਈਟ। ਸੋ ਜੇ ਉਹਨਾਂ ਨੇ ਪਹਿਲੀ ਜ਼ਿੰਮੇਵਾਰੀ ਸਾਡੀ ਸੀਗੀ ਵੀ ਅਸੀਂ 5000 ਦਈਏ, ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ। ਠੀਕ ਹੈ। ਫਿਰ ਗਾਹਾਂ ਉਹਨਾਂ ਦੀ ਕੀ ਜ਼ਿੰਮੇਵਾਰੀ ਸੀਗੀ, ਉਹਨਾਂ ਨੇ ਕਿਸ ਤਰੀਕੇ ਤੱਕ ਕਿਸ ਹੱਦ ਤੱਕ ਉਹਨਾਂ ਨੇ ਆਪਣੀ ਨਿਭਾਈ ਆ। ਸੋ ਜੇ ਤੁਸੀਂ ਕਹਿੰਦੇ ਆ ਵੀ ਉਹਨਾਂ ਨੇ $1000 ਲਾ ਦਿੱਤਾ, ਉਹ $1000 ਐਸ ਫੰਕਸ਼ਨ ਲਈ ਹੋਇਆ, ਬਾਕੀ ਲੋਕਾਂ ਦੇ ਨਹੀਂ, ਇਹ ਸਿਰਫ ਆਹੀ ਫੰਕਸ਼ਨ ਲਈ ਹੋਇਆ। ਬਿਲਕੁਲ ਠੀਕ ਹੈ। ਸੋ ਉਹ 1000 ਉਹ ਤਾਂ ਕੋਈ ਪਾਰਸ਼ਲ ਉਹਨਾਂ ਨੇ ਕੁਝ ਕੀਤਾ ਆ। ਬਿਲਕੁਲ। ਸੋ ਉਹਦੇ ਵਿੱਚੋਂ ਜਿਹੜਾ ਰਹਿੰਦਾ ਖੁੰਦਾ ਤੁਹਾਨੂੰ ਉਹਦੇ ਨਾਲ ਤੁਹਾਨੂੰ ਕੋਈ ਨਾ ਕੋਈ ਤਰੀਕੇ ਦੀ ਐਗਰੀਮੈਂਟ ਕਰਨੀ ਚਾਹੀਦੀ ਆ। ਪਰ ਲੋਕੀ ਅਗਰੀ ਇਹ ਵੀ ਕਰ ਸਕਦੇ, ਸਹਿਮਤ ਹੋ ਸਕਦੇ ਆ ਵੀ ਦੇਖੋ ਅਸੀਂ ਹੁਣ ਤਾਂ ਕਰਨਾ ਨਹੀਂਗਾ, ਅਸੀਂ 6 ਮਹੀਨਿਆਂ ਨੂੰ ਕਰ ਲਾਂਗੇ, ਜਾਂ ਅਸੀਂ ਜਦੋਂ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਅਸੀਂ ਅਗਸਤ ਦੇ ਵਿੱਚ ਜਾ ਕੇ ਬੰਨ ਲਾਂਗੇ ਤਰੀਕ ਤੇ ਜਿਹੜੀ ਤੁਸੀਂ ਦਿੰਨੇ ਆ ਸਾਨੂੰ ਉਹ ਚੀਜ਼ ਮਨਜ਼ੂਰ ਆ। ਇਹ ਚੀਜ਼ ਅਸੀਂ ਕਰ ਸਕਦੇ ਆ। ਓਕੇ, that is totally legal and totally allowed। ਪਰ ਦੋਨੋਂ ਪਾਰਟੀਜ਼ ਦੀ ਐਗਰੀਮੈਂਟ ਹੋਣੀ ਚਾਹੀਦੀ ਆ। ਹਾਂ। ਅੱਛਾ, ਜੇ ਸਪੋਜ਼ ਕਰੋ ਵੀ ਦੋਨੋਂ ਪਾਰਟੀਜ਼ ਅਗਰੀ ਨਹੀਂ ਹੁੰਦੀਆਂ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਆਪਣੇ ਸਾਰੇ ਜਿਹੜੇ ਲੋਕ ਨੇ ਉਹ ਅਗਰੀ ਹੋਣ, ਵੀ ਜੇ ਦੋਨੋਂ ਪਾਰਟੀਜ਼ ਐਗਰੀ ਨਹੀਂ ਹੁੰਦੀਆਂ ਤਾਂ ਜਿਹੜਾ ਕੰਜ਼ਿਊਮਰ ਹੈ ਉਹਦੇ ਰਾਈਟਸ ਕੀ ਨੇ? ਕੰਜ਼ਿਊਮਰਸ ਦੇ ਰਾਈਟਸ ਹੈਗੇ ਆ ਵੀ ਆਪਣੇ ਪੈਸੇ ਦੁਆਰਾ ਪੁੱਛਣ। ਜਿੱਦਣ ਤੋਂ ਉਹਨਾਂ ਨੇ ਪੁੱਛੇ ਆ 15 ਦਿਨਾਂ ਦੇ ਵਿੱਚ ਉਹਨਾਂ ਨੂੰ ਵਾਪਸ ਦੇਣੇ ਚਾਹੀਦੇ ਆ। ਠੀਕ ਹੈ। ਵਾਪਸ ਜੇ ਨਾ ਮਿਲੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੀ ਸਟੈਪ ਲੈਣਾ ਚਾਹੀਦਾ? ਵੈਲ ਅਸੀਂ ਤਾਂ ਫਿਰ ਵੀ ਕਹਾਂਗੇ ਇੱਕ ਦੂਸਰੇ ਦੇ ਨਾਲ ਲਿਖ ਲਿਖਾਈ ਕਰੋ, ਗੱਲਬਾਤ ਕਰੋ, ਆਪਦਾ ਜਿਹੜਾ ਹੈਗਾ ਸਿਚੁਏਸ਼ਨ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਕਿਉਂ ਕਰਕੇ 5000 ਪਾਉਣ ਨੂੰ ਤੁਸੀਂ ਵਕੀਲਾਂ ਨੂੰ ਵੀ ਗਾਹਾਂ ਪੈਸੇ ਦੇਣੇ ਆ, ਜਾਂ ਤੁਸੀਂ ਵਕੀਲਾਂ ਤੋਂ ਬਗੈਰ ਤੁਸੀਂ ਸਮਾਲ ਕਲੇਮਸ ਨੂੰ ਵੀ ਜਾ ਸਕਦੇ ਆ। ਪਰ ਰਾਈਟ ਨਾਓ ਕੋਰਟ ਦੇ ਵਿੱਚ ਜਿਹੜਾ ਮਾਮਲਾ ਇਹ ਤੁਹਾਨੂੰ ਕੋਈ ਪ੍ਰਾਇੋਰਟੀ ਨਹੀਂ ਮਿਲਣੀ। ਸੋ ਉਹ ਵੀ ਡਾਊਨ ਦਾ ਰੋਡ ਮਿਲਣਾ। ਆਈ ਨਾ ਸੋਚੋ ਵੀ ਤੁਹਾਨੂੰ ਉਹ ਰਾਈਟ ਵੇ ਤੁਹਾਡੇ ਪੈਸੇ ਮਿਲ ਜਾਣੇ ਆ, ਪਰ ਤੁਸੀਂ ਐਟਲੀਸਟ ਸ਼ੁਰੂ ਕਰ ਸਕਦੇ ਆ ਕੋਈ ਚੀਜ਼। ਬਿਲਕੁਲ। ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਮੈਂ ਕਹੂੰਗੀ ਜਾਓ, ਜਿਹੜਾ ਸਮਾਲ ਕਲੇਮਸ ਆ, ਕਿਉਂ ਕਰਕੇ ਅਮਾਊਂਟ ਜ਼ਿਆਦਾ ਨਹੀਂਗਾ, ਫਾਇਦਾ ਨਹੀਂਗਾ ਹਾਇਰ ਲੈਵਲ ਕੋਰਟਸ ਤੇ ਜਾਣ ਨੂੰ। ਓਕੇ, ਬਿਲਕੁਲ ਠੀਕ ਹੈ। ਅੱਛਾ, ਫਿਰ ਇਹ ਜਿਹੜਾ ਤੁਸੀਂ ਦੱਸਤਾ ਵੀ ਕਿੱਥੇ ਫਾਈਲ ਕਰਨਾ ਚਾਹੁੰਦਾ, ਹੁਣ ਕੀ ਕੋਈ ਗਵਰਨਮੈਂਟ ਬਾਡੀ ਹੈ ਜੇ ਕਿਸੇ ਨੇ ਹਾਲ ਵਾਲਾ ਮੇਰੇ ਪੈਸੇ ਨਹੀਂ ਦੇ ਰਿਹਾ, 5000 ਮੈਂ ਉਹਨੂੰ ਡਿਪੋਜ਼ਿਟ ਦਿੱਤਾ ਹੋਇਆ, ਕੀ ਮੈਂ ਪੁਲਿਸ ਨੂੰ ਕਾਲ ਕਰਾਂ ਵੀ ਪੁਲਿਸ ਉੱਥੇ ਆਵੇ, ਜਿਵੇਂ ਹੁਣ ਇੰਡੀਆ 'ਚ ਆ ਕੇ ਦੋਨੋਂ ਪਾਸੇ ਦਬਕਾ ਮਾਰੇ, ਜਾਂ ਮੈਂ ਉਹਨੂੰ ਦਬਕਾ ਮਾਰਾਂ ਵੀ ਤੂੰ ਦੇ ਦੇ ਨਹੀਂ ਤਾਂ ਦੇਖ ਲਾਂਗੇ? ਨੋ, ਪੁਲਿਸ ਨੇ ਇਹੋ ਜਿਹੇ ਮਾਮਲੇ ਦੇ ਵਿੱਚ ਲੱਤ ਅੜਾਉਣੀ ਨਹੀਂਗੀ ਆਪਣੀ। ਅੱਛਾ, ਇਹ ਕੋਈ ਐਮਰਜੈਂਸੀ ਨਹੀਂ, ਇਹ ਕੋਈ ਸੇਫਟੀ ਇਸ਼ੂ ਨਹੀਂ। ਅੱਛਾ, ਉਹਨਾਂ ਨੇ ਇਹ ਸਿਵਲ ਮੈਟਰ ਆ। ਓਕੇ, ਇਹ ਸਿਵਲ ਮੈਟਰ ਆ, ਮਨੀ ਦਾ ਮੈਟਰ ਆ। ਇਹ ਪੁਲਿਸ ਨੇ ਸਾਨੂੰ ਇਹਦੇ ਵਿੱਚ ਕੋਈ ਮਦਦ ਕਰਨੀ ਨਹੀਂਗੀ। ਹਾਂ। ਸੋ ਇਹਦੇ ਤਰੀਕੇ ਹੋਰ ਹੈਗੇ ਆ, ਇਹਦੇ ਤਰੀਕੇ ਲਿਖ ਲਿਖਾਈ ਦੇ ਜ਼ਿਆਦਾ ਆ। ਉਪਾਰ ਇੱਥੇ ਉਹ ਵੀ ਨਹੀਂ ਕਰ ਸਕਦੇ ਵੀ ਜਾ ਕੇ 4 ਬੰਦੇ ਨਾਲ ਲੈ ਜਾਈਏ, ਤੇ ਫਿਰ ਪੁਲਿਸ ਨੂੰ ਸ਼ਾਇਦ ਉਹ ਹਾਲ ਵਾਲੇ ਫੋਨ ਕਰ ਸਕਦੇ ਆ ਵੀ ਇੱਥੇ ਆ ਕੇ ਭਰਥੂ ਪਾਉਣ ਲੱਗੇ ਆ ਲੋਕੀ ਤੇ ਮੈਂ ਡਰ ਗਿਆ। ਬਿਲਕੁਲ ਸਹੀ ਹੈ। ਸੋ ਉਹ ਤਰੀਕਾ ਤਾਂ ਹੈਗਾ, ਪਰ ਉਹਦੇ ਨਾਲ ਨੁਕਸਾਨ ਜ਼ਿਆਦੇ ਆ। ਉਹ ਤਰੀਕਾ ਤੁਹਾਡੇ ਹੱਕ ਦੀ ਬਜਾਏ ਤੁਹਾਡੇ ਉਲਟ ਜ਼ਿਆਦਾ ਹੋ ਜਾਣਾ। ਬਿਲਕੁਲ ਸਹੀ ਹੈ। ਫਿਰ ਅਸਲੀ ਛਿੱਤਰ ਖਾਣਗੇ। ਬਿਲਕੁਲ। ਬਟ ਕੀ ਇਹੋ ਜਿਹੇ ਕੇਸਿਸ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਉਭਾਰ ਆ ਰਹੇ ਨੇ? ਓ ਯਾ, ਲੋਕਾਂ ਦੀ ਹੁਣ ਤੁਸੀਂ ਦੇਖੋ ਹਰ ਵੀਕਐਂਡ, ਹਾਂ, ਥਰਸਡੇ, ਫਰਾਈਡੇ, ਸੈਟਰਡੇ, ਸੰਡੇ ਸਾਡੇ ਹਾਲ ਬੁੱਕਸ ਸੀਗੇ। ਕਈ ਹਾਲ ਸਾਡੇ ਡਬਲ ਬੁੱਕ ਹੁੰਦੇ ਆ। ਵੀਕ ਦੇ ਵਿਚਾਲੇ ਹੋਰ ਵੀ ਫੰਕਸ਼ਨ ਹੁੰਦੇ ਆ। ਸੋ ਤੁਸੀਂ ਜੇ ਆਪਾਂ ਅੰਦਾਜ਼ਾ ਲਾਉਣੇ ਆ ਵੀ ਸਾਡੀ ਪਾਰਟੀਜ਼ 500 ਬੰਦੇ ਦੀ ਆਮ ਹੋ ਸਕਦੀ ਆ, ਨੋ ਪ੍ਰੋਬਲਮ, ਈਜ਼ੀਲੀ। ਹਾਂ, ਸੋ $30-40 ਪਲੇਟ ਦਾ ਹੁੰਦਾ। ਬਿਲਕੁਲ। ਸੋ ਉਹਨੂੰ ਜਦੋਂ ਅਸੀਂ ਉਹਦਾ ਮੈਥ ਕਰਦੇ ਹਾਂ, ਕਿੱਡੀ ਵੱਡੀ ਲਾਸਿਸ ਹੋ ਰਹੀ ਆ ਵੈਂਡਰਸ ਨੂੰ। ਬਿਲਕੁਲ। ਇਹ ਚੀਜ਼ ਵੀ ਸਾਨੂੰ ਸੋਚਣੀ ਪੈਂਦੀ ਆ, ਰਾਈਟ? ਜ਼ਰੂਰ ਚਾਹੀਦੀ ਹੈ। ਤਾਂ ਹੀ ਉਹ ਜਿਹੜੇ ਬੰਦੇ ਨੇ ਜੇ ਤੁਸੀਂ ਅੱਜ 5000 ਜਿਹੜਾ ਗਵਾ ਲਿਆ,
ਉਹਨੂੰ ਪਾਉਣ ਨੂੰ ਤੁਸੀਂ ਕੀ ਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਦਾ ਮਿਲਣਾ ਤੁਹਾਨੂੰ ਕੀ ਆ। ਜੇ ਇਹਨਾਂ ਸਾਰਿਆਂ ਨੇ ਆਪਣੀ ਬੈਂਕਰਪਸੀ ਕਰ ਦਿੱਤੀ ਫਿਰ ਵੀ ਤੁਹਾਨੂੰ ਹੋਰ ਪ੍ਰੋਬਲਮ ਪੈਣੀ ਹੈ, ਤੁਸੀਂ ਲਓਗੇ ਤਾਂ ਕਿੱਥੋਂ ਲਓਗੇ। ਬਿਲਕੁਲ ਠੀਕ। ਬੈਟਰ ਹੈਗਾ ਵੈਂਡਰ ਵੀ ਆਪਣੀ ਕਾਮਨ ਸੈਂਸ ਵਰਤਨ, ਕਿਉਂਕਿ ਉਹਨਾਂ ਦੀ ਬਿਜ਼ਨਸ ਆ, ਉਹਨੂੰ ਅਸੀਂ ਸਾਲ ਲੱਗਦੇ ਆ ਚੀਜ਼ ਨੂੰ ਬਣਾਉਣ ਨੂੰ, ਆਪਣਾ ਨਾਂ ਬਣਾਉਣ ਨੂੰ, ਤੇ ਸਕਿੰਟਾਂ ਦੇ ਵਿੱਚ ਉਹ ਖਰਾਬ ਹੋ ਜਾਂਦਾ। ਸਪੈਸ਼ਲੀ ਇਹੋ ਜਿਹੇ ਮਾਹੌਲ ਦੇ ਵਿੱਚ ਜਿੱਥੇ ਹਮਦਰਦੀ ਬਹੁਤ ਕੋਰਟਾਂ ਨੇ ਵੀ ਮਹਿਸੂਸ ਕਰਨੀ ਆ ਵੀ ਲੋਕਾਂ ਦੇ ਨਾਲ ਕੀ ਤੋਂ ਕੀ ਹੋਇਆ। ਬਿਲਕੁਲ ਸਹੀ ਹੈ। ਜਿਨ੍ਹਾਂ ਨੇ ਸਾਰਿਆਂ ਨੂੰ ਇੱਕ ਦੂਸਰੇ ਦੇ ਨਾਲ ਇਸ ਤਰੀਕੇ ਦੇ ਨਾਲ ਵਰਤਣਾ ਚਾਹੀਦਾ, ਪਰ ਇਹ ਲੀਗਲ ਐਡਵਾਈਸ ਨਹੀਂ ਗੀ, ਇਹ ਕਾਮਨ ਸੈਂਸ। ਬਿਲਕੁਲ ਠੀਕ ਹੈ, ਇਹ ਕਾਮਨ ਸੈਂਸ ਹੈ। ਪਰ ਪ੍ਰੋਬਲਮ ਹੈ ਕਾਮਨ ਸੈਂਸ ਬਹੁਤ ਅਨਕਾਮਨ ਚੀਜ਼ ਆ। ਬਿਲਕੁਲ ਠੀਕ ਗੱਲ ਹੈ ਤੁਹਾਡੀ, ਗੱਲ ਬਿਲਕੁਲ ਸਹੀ ਹੈ। ਅੱਛਾ, ਇਹਦੇ ਵਿੱਚ ਨਾ ਹੁਣ ਇੱਕ ਹੋਰ ਖਾਸ ਗੱਲ ਹੈ ਵੀ ਜੇ ਮੈਂ ਕਿਸੇ ਨੂੰ ਪੈਸੇ ਦਿੱਤੇ ਆ ਹਾਲ 'ਚ ਜਾ ਕੇ, ਚਲੋ ਮੈਂ ਉਹਨਾਂ ਨਾਲ ਲੜ ਲੂੰ, ਮੇਰੇ ਦੇ ਪੈਸੇ, ਮੇਰੇ ਪੈਸੇ ਮੈਨੂੰ ਜ਼ਰੂਰਤ ਹੈ। ਜੇ ਮੈਂ ਕਿਸੇ ਬਿਊਟੀ ਪਾਰਲਰ ਨੂੰ ਦਿੱਤੇ ਆ 2-3 ਹਜ਼ਾਰ, ਮੈਂ ਉਹਨਾਂ ਨਾਲ ਲੜ ਲੂੰ। ਜੇ ਕੋਈ, ਪਰ ਜਿਹੜੇ ਗੁਰਦੁਆਰਿਆਂ ਦੇ ਵਿੱਚ ਵੀ ਪੈਸੇ ਦਿੱਤੇ ਹੋਏ ਨੇ, ਹੁਣ ਗੁਰਦੁਆਰਿਆਂ ਵਾਲਿਆਂ ਤੋਂ ਵੀ ਮੰਗੇ ਜਾ ਸਕਦੇ ਨੇ ਵਾਪਸ ਵੀ ਹਲੇ ਤਾਂ ਜੀ ਪਤਾ ਨਹੀਂ ਵੀ 20 ਵਿੱਚ ਤਾਂ ਵਿਆਹ ਹੋਣੋ ਰਹੇ, ਅਸੀਂ ਤਾਂ ਜੀ 20-22 ਚ ਕਰਾਉਣੇ ਆ, ਸਾਡੇ ਪੈਸੇ ਮੋੜ ਦਿਓ। ਹੁਣ ਲਿਖ ਲਿਖਾਈ ਕੀ ਆ, ਰਾਈਟ, ਇਹ ਦੇਖਣਾ ਪੈਂਦਾ। ਸੇਮ ਜੇ ਕੰਟਰੈਕਟ ਆ, ਇੱਕ ਕਿਸਮ ਦਾ ਕੰਟਰੈਕਟ ਆ, ਤੁਸੀਂ ਗੁਰਦਾਰੇ 2000-3000 ਦੇ ਆਂਦਾ ਤੇ ਤੁਹਾਨੂੰ ਰਸੀਦ ਮਿਲ ਗਈ, ਤੁਹਾਡਾ ਉਹ ਤਰੀਕ ਸੀਗੀ ਵਿਆਹ ਦੀ, ਤੁਹਾਨੂੰ ਉਹ ਦੇਖਣਾ ਪੈਣਾ। ਸੋ ਦੂਸਰੀ ਗੱਲ ਆ, ਗੁਰਦੁਆਰਿਆਂ ਨੇ ਪੈਸੇ ਦੇਣੇ ਆ ਨਹੀਂ ਦੇਣੇ ਆ, ਕੀ ਕਰਨਾ, ਇਹਦਾ ਇਹ ਨਹੀਂ ਮਤਲਬ ਵੀ ਉਹਨਾਂ ਨੂੰ ਦੇਣ ਦੀ ਨਹੀਂ ਲੋੜ। ਉਹ ਸੇਮ ਪੋਜੀਸ਼ਨ 'ਚ ਆ ਦੂਸਰੇ ਵੈਂਡਰਾਂ ਦੇ ਨਾਲ, ਉਹਨਾਂ ਦੇ ਵਿੱਚ ਕਿਹੜਾ ਕੋਈ ਸੈਪਰੇਟ ਲਿਖ ਲਿਖਾਈ ਲਿਖੀ ਹੋਈ ਆ। ਹਾਂ ਬਿਲਕੁਲ ਸਹੀ ਹੈ। ਸੋ ਗੁਰਦੁਆਰੇ ਤੇ ਬਾਕੀ ਸਾਰੇ ਵੈਂਡਰਸ ਜਿਹੜੇ ਨੇ ਬੇਸਿਕਲੀ ਉਹ ਸੇਮ ਇੱਕੋ ਥਾਂ ਦੇ ਉੱਪਰ ਨੇ ਵੀ ਜੇ ਜਦੋਂ ਕੋਈ ਕਸਟਮਰ ਪੈਸੇ ਮੰਗੇ, ਜੇ ਤੁਹਾਡੇ ਕੋਲ ਕੰਟਰੈਕਟ ਹੈਗਾ ਤਾਂ ਤੁਹਾਨੂੰ 15 ਦਿਨਾਂ ਦੇ ਵਿੱਚ ਵਾਪਸ ਪੈਸੇ ਮਿਲਣੇ ਚਾਹੀਦੇ ਨੇ। ਲੇਕਿਨ ਜੇ ਸਪੋਜ਼ ਕਰੋ ਵੀ ਇੱਕ ਵਿਅਕਤੀ ਕਹਿੰਦਾ ਜੀ ਮੇਰੇ ਇੰਨੇ ਲੱਗੇ, 5000 ਚੋਂ ਦੇਖੋ 1000 ਮੇਰਾ ਲੱਗ ਗਿਆ, 4 ਤੁਹਾਡਾ ਮੇਰੇ ਕੋਲ ਪਿਆ, ਜਾਂ ਤਾਂ ਇਹ 4 ਨੂੰ ਤੁਸੀਂ 5000 ਟੋਟਲ ਜਿਹੜਾ 2 ਸਾਲਾਂ ਬਾਅਦ ਐਡਜਸਟ ਕਰ ਲਿਓ, ਜਾਂ 4 ਮੇਰੇ ਤੋਂ ਲੈ ਜਾਓ। ਇਜ਼ ਇਟ ਓਕੇ, ਜਾਂ ਉੱਥੇ ਰੌਲਾ ਪਾ ਕੇ ਬਹਿ ਜਾਈਏ? ਜੇ ਤੁਸੀਂ ਉੱਥੇ ਰੌਲਾ ਪਾਉਣਾ ਆ, ਤੁਹਾਡਾ ਝੱਗਾ ਹੋਰ ਜ਼ਿਆਦਾ ਮੇਚ ਆਊ, ਰਾਈਟ, ਜੇ ਤੁਸੀਂ ਉਸ ਤਰੀਕੇ ਨਾਲ ਕਰਨਾ। ਬੈਟਰ ਹੈਗਾ ਥੋੜੀ ਜਿਹੀ ਕਾਮਨ ਸੈਂਸ ਵਰਤੋ। ਜਿੰਨੇ ਤੁਹਾਨੂੰ ਅੱਜ 4 ਥੋੜੇ ਬਟੂਏ ਚੱਕ ਤੇ ਤੁਸੀਂ ਕਿੰਨੇ ਲਾਉਣਗੇ ਉਹ 4 ਪਾਉਣ ਨੂੰ, ਉਹ ਵੀ ਨਹੀਂ ਸ਼ਾਇਦ ਗਾਹਾਂ ਫਿਊਚਰ 'ਚ ਮਿਲਣੇ। ਇੱਕ ਚੀਜ਼ ਮੈਂ ਬੈਕ ਜਾਣਾ ਚਾਹੁੰਦੀ ਹਾਂ, ਗੁਰਦੁਆਰੇ ਦੇ ਵਿੱਚ ਜਿਹੜੀ ਆਪਣੀ ਗੱਲ ਹੋਈ ਆ, ਉਹ ਆਪਾਂ ਨੂੰ ਦੇਖਣਾ ਚਾਹੀਦਾ ਵੀ ਜਿਹੜੀਆਂ ਰਸੀਤਾਂ ਮਿਲੀਆਂ ਉਹ ਡੋਨੇਸ਼ਨ ਵਾਲੀਆਂ ਮਿਲੀਆਂ ਹੋਈਆਂ ਕਿ ਉਹ ਕੰਟਰੈਕਟ ਲਿਖਿਆ ਹੋਇਆ। ਸੋ ਇਹਦੇ ਵਿੱਚ ਰੀਲੀ ਕੇਅਰਫੁਲ ਹੋਣਾ ਪੈਂਦਾ। ਜੇ ਗੁਰਦੁਆਰੇ ਨੇ ਲਿਖ ਲਿਖਾਈ ਉਸ ਤਰੀਕੇ ਨਾਲ ਕਰਾਈ ਆ ਵੀ ਅਸੀਂ ਦਾਨ ਕੀਤਾ, ਫਿਰ ਉਹਦਾ ਸਿਚੁਏਸ਼ਨ ਡਿਫਰੈਂਟ ਹੋ ਗਿਆ। ਓਕੇ, ਇਹ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ। ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ ਪੁਆਇੰਟ ਜਿਹੜਾ ਹੈਗਾ ਉਹ ਤੁਸੀਂ ਦੱਸਿਆ। ਬਟ ਇਹਦੇ ਵਿੱਚ ਨਾ ਅੱਜ ਕੱਲ੍ਹ ਹਾਲਾਤ ਬਹੁਤ ਅਜੀਬ ਨੇ ਉਭਾਰ। ਪਹਿਲਾਂ ਤਾਂ ਕਿੱਥੇ ਤਾਂ ਉਹ ਲੋਕ ਵਿਆਹ ਵਾਸਤੇ ਤਿਆਰ ਸੀ, ਕਿੱਥੇ ਹੁਣ ਨਵੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜੀ, ਡੋਮੈਸਟਿਕ ਵਾਇਲੈਂਸ ਦੀਆਂ ਕਾਲਾਂ 300% ਵੱਧ ਗਈਆਂ ਨੇ। ਤੇ ਉਸ ਤੋਂ ਬਾਅਦ ਹੁਣ ਜਿਹਨਾਂ ਨੇ ਵਿਆਹ ਕਰਾਉਣੇ ਸੀ ਉਹ ਵੀ ਬਲਕਿ ਆਪਸ ਦੇ ਵਿੱਚ ਕਹਿ ਰਹੇ ਯਾਰ ਤੇਰੇ ਨਾਲ ਮੇਰਾ ਗੁਜ਼ਾਰਾ ਹੈ ਨਹੀਂ, ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਣਾ। ਪਹਿਲਾਂ ਹੀ ਸਾਂਭੇ ਗਏ, ਕਿੰਨਾ ਵਧੀਆ, ਕਿੰਨਾ ਖਰਚਾ ਫਿਊਚਰ 'ਚ ਹੋਣਾ ਸੀਗਾ, ਵਿਆਹ ਕਰਕੇ ਫਿਰ ਵਕੀਲਾਂ ਨੂੰ ਦੇ ਕੇ ਬਚ ਹੀ ਗਏ। ਬਿਲਕੁਲ ਬਚ ਗਏ, ਹੈ ਨਾ। ਬਹੁਤ ਸਾਰੇ ਤਾਂ ਜਿਹੜੇ ਬਾਅਦ ਦੇ ਵਿੱਚ ਵੀ ਐਸੇ, ਕਿਉਂਕਿ ਆਲਮੋਸਟ 46% 40% ਤੱਕ ਤਾਂ ਆਪਣੇ ਇੱਥੇ ਡਿਵੋਰਸ ਰੇਟ ਹੈਗਾ ਹੀ ਹੈ, ਬਾਅਦ 'ਚ ਪਤਾ ਲੱਗਣ ਦੀ ਬਜਾਏ ਪਹਿਲਾਂ ਹੀ ਹੋ ਗਈ। ਅੱਛਾ, ਹੁਣ ਉਹਦੇ ਵਿੱਚ ਪਤਾ ਕੀ ਹੁੰਦਾ ਹੈ, ਆਈ ਡੋਂਟ ਨੋ ਕਿ ਇਹ ਕੁਐਸਚਨ ਪੁੱਛਣ ਵਾਲਾ ਕਿ ਨਹੀਂ, ਬਟ ਸਪੋਜ਼ ਕਰੋ ਆਪਣੀ ਇੰਡੀਅਨ ਮੈਂਟੈਲਿਟੀ ਦੀ ਗੱਲ ਕਰਦੀ ਹਾਂ ਵੀ ਅਸੀਂ ਪਹਿਲਾਂ ਮੰਗਣੀ ਕਰ ਲਈ, ਮੰਗਣੀ ਕਰਨ ਤੋਂ ਬਾਅਦ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਬਹੁਤ ਕੁਝ ਪਾਇਆ, ਜਾਂ ਕੁੜੀ ਨੂੰ ਪਾਇਆ, ਜਾਂ ਕੁੜੀ ਨੇ ਜਿਹੜਾ ਕੁਝ ਮਾੜਾ ਮੋਟਾ ਮੁੰਡੇ ਵਾਲਿਆਂ ਨੂੰ ਵੀ ਇੱਕ ਅੱਧਾ ਚਲੋ ਕੜਾ ਕੁੜਾ ਜਾ ਪਾਤਾ। ਕਿ ਉਸ ਤੋਂ ਬਾਅਦ ਉਹ ਜਿਹੜੇ ਲੈਣ ਦੇਣ ਆਪਸ ਦੇ ਵਿੱਚ ਨੇ, ਹੁਣ ਵਿਆਹ ਤਾਂ ਟੁੱਟ ਗਿਆ, ਉਹ ਕਹਿੰਦੇ ਅਸੀਂ ਤਾਂ ਵਿਆਹ ਕਰਾਉਣਾ ਨਹੀਂ, ਹੁਣ ਉਹ ਆਪਸ ਦੇ ਵਿੱਚ ਲੈਣ ਦੇਣ ਜਿਹੜਾ ਉਹ ਕਿਵੇਂ ਕਰਨ, ਵਾਪਸ ਲੈਣ? ਉਹਨਾਂ ਦੀ ਆਪਣੀ ਕਿਸ ਤਰੀਕੇ ਦੇ ਨਾਲ ਸਮਝਦਾਰੀ ਨਾਲ ਉਹਨਾਂ ਨੇ ਕਰਨਾ ਉਹ ਮਰਜ਼ੀ ਆ। ਅਸਲੀ ਦੇ ਵਿੱਚ ਤਾਂ ਇੱਕ ਕਿਸਮ ਦਾ ਗਿਫਟ ਆ, ਰਾਈਟ, ਗਿਫਟ। ਬਟ ਗਿਫਟ ਦੀ ਬਜਾਏ ਤਕਰੀਬਨ ਗੱਲ ਤਾਂ ਇਹ ਵੀ ਹੁੰਦੀ ਹੈ ਨਾ ਵੀ ਜੇ ਹੁਣ 25000 ਦੇ ਨੇੜੇ 21000 ਦੇ ਨੇੜੇ ਗਿਫਟ ਦੇਤਾ, ਜੇ ਮੇਰਾ ਸਪੋਜ਼ ਕਰੋ ਮੁੰਡਾ ਜਾਂ ਕੁੜੀ ਹੈ, ਜੇ ਵਿਆਹ ਹੀ ਨਹੀਂ ਹੋ ਰਿਹਾ ਤਾਂ ਉਹ ਤਾਂ ਵਾਪਸ ਅਗਲਾ ਕਵੇ ਮੈਨੂੰ ਤਾਂ ਜੀ ਮੇਰੇ ਸਾਰੀ ਚੀਜ਼ ਵਾਪਸ ਕਰ ਦਿਓ। ਹਾਂਜੀ, ਇਹ ਸਾਡਾ ਕਲਚਰਲ ਤਰੀਕਾ ਬਹੁਤ ਹੈਗਾ, ਇਹ ਮੈਂ ਜ਼ਰੂਰ ਕਹਿੰਦੀ ਹਾਂ। ਪਰ ਲੁੱਕ, ਜਿਹੜੀ ਜੁਐਲਰੀ ਹੈਗੀ ਆ ਉਹਦੇ ਵਿੱਚ ਕਾਫੀ 골ਡ ਦੇ, ਸਾਡੇ ਪੰਜਾਬੀ ਲੋਕੀ ਉਹਨਾਂ ਦੇ ਮੈਂ ਬਹੁਤ ਸ਼ੁਕਰਾਦ ਕਰਦੀ ਹਾਂ ਕਿਉਂਕਿ ਜਿਹੜਾ ਸਾਡਾ ਕੇਸ ਲਾ ਬਹੁਤ ਬਣਦਾ ਉਹਨਾਂ ਕਰਕੇ, ਕਿਉਂਕਿ ਜਿਹੜੀਆਂ ਸਮੱਸਿਆ ਅਸੀਂ ਸਾਡਾ ਬਲੱਡ ਮੇ ਵੀ ਗਰਮ ਆ, ਅਸੀਂ ਕਢਾ ਦਿੰਦੇ ਆ, ਉਹਦੇ ਨਾਲ ਕੇਸ ਲਾ ਬਣ ਜਾਂਦਾ। ਪਰ ਇਹ ਚੀਜ਼ ਮੈਂ ਕਹੂੰਗੀ
ਵੀ ਕਿਸ ਵਜ੍ਹਾ ਦੇ ਨਾਲ ਉਹ ਹਰੇਕ ਬੰਦੇ ਦੀ ਆਪੋ ਆਪਣੀ ਥਿੰਕਿੰਗ ਹੁੰਦੀ ਹੈ, ਕਿਸ ਵਜ੍ਹਾ ਦੇ ਨਾਲ ਅਸੀਂ ਚੂੜਾ ਪਾਇਆ, ਕਿਸ ਵਜ੍ਹਾ ਦੇ ਨਾਲ ਅਸੀਂ ਸੈੱਟ ਪਾਇਆ, ਕਿਸ ਵਜ੍ਹਾ ਦੇ ਨਾਲ ਉਹ ਗਿਫਟ ਆ। ਜਦੋਂ ਗਿਫਟ ਹੁੰਦਾ ਉਹ ਬੈਕ ਨਹੀਂ ਸਾਨੂੰ ਉਹ ਕੋਈ ਲੀਗਲ ਰਾਈਟਸ ਉਹਦੇ ਉੱਤੇ ਕੀ ਆ। ਜੇ ਉਹ ਕੋਈ ਇਨਵੈਸਟਮੈਂਟ ਤੁਸੀਂ ਕਹਿੰਦੇ ਆ ਇਹ ਸਾਡੀ ਕੋਈ ਤਰੀਕੇ ਦੀ ਇਨਵੈਸਟਮੈਂਟ ਆ, ਰਾਈਟ, ਠੀਕ ਹੈ, ਪਰ ਤੁਸੀਂ ਇਮੇਜਿਨ ਕਰੋ ਕਿਹੜੇ ਜੱਜ ਨੇ ਤੁਹਾਨੂੰ ਬਲੀਵ ਕਰਨਾ ਵੀ ਇਹ ਸਾਡੀ ਕੋਈ ਇਨਵੈਸਟਮੈਂਟ ਸੀਗੀ, ਰਾਈਟ। ਸੋ ਉਹਨਾਂ ਨੂੰ ਕੋਈ ਪੁਰਾਣੇ ਤਰੀਕੇ ਦਿਖਾਉਣੇ ਪੈਣੇ ਆ, ਬਹੁਤ ਚੀਜ਼ਾਂ ਕਰਨੀਆਂ ਪੈਣੀਆਂ ਵੀ ਇਹਨਾਂ ਦਾ ਮਤਲਬ ਅਸਲੀ ਕੀ ਸੀਗਾ। ਹਾਂ, ਗੱਲ ਸਹੀ ਹੈ। ਇਹ ਕੰਪਲਿਕੇਟਡ ਆ, ਇਹ ਸਿੰਪਲ ਨਹੀਂ, ਓਕੇ, ਇਹ ਬਹੁਤ ਜ਼ਿਆਦਾ ਐਕਸਪੈਂਸਿਵ ਆ। ਸੋ ਕੱਟ ਯੂਰ ਲਾਸਸ, ਮੈਂ ਇਹ ਚੀਜ਼ ਕਹੂੰ। ਬਿਲਕੁਲ ਸਹੀ, ਮੱਥਾ ਟੇਕਦੇ ਤੁਰਦੇ ਲੱਗੋ ਵੀ ਇਹ ਸਾਡਾ ਲਿਖਿਆ ਹੋਇਆ ਸੀਗਾ, ਅਸੀਂ ਦੇਣਾ ਬੈਟਰ ਆ। ਫਿਰ ਵੀ ਮੈਂ ਕਹੂੰਗੀ ਕਾਮਨ ਸੈਂਸ ਆਪਣੀ ਵਰਤੋ, ਜਿੰਨੀ ਵੱਧ ਤੋਂ ਵੱਧ ਤੁਸੀਂ ਵਰਤ ਸਕਦੇ ਆ। ਕਈ ਵਿਚਾਰਿਆਂ ਦੇ ਕੋਲੇ ਹੁੰਦੀ ਨਹੀਂ। ਬਿਲਕੁਲ ਸਹੀ, ਬਿਲਕੁਲ ਸਹੀ ਹੈ। ਉਪਹਾਰ ਆਲਮੋਸਟ ਸਮਾਂ ਜਿਹੜਾ ਹੈਗਾ ਆਪਣਾ ਅੱਧਾ ਘੰਟਾ ਕੰਪਲੀਟ ਹੋ ਗਿਆ। ਜਾਣ ਤੋਂ ਪਹਿਲਾਂ ਹੁਣ ਤੁਸੀਂ ਐਜ਼ ਅ ਪ੍ਰੋਫੈਸ਼ਨਲ ਜਿੰਨੇ ਵੀ ਸਾਡੇ ਲਿਸਨਰਸ ਨੇ, ਵਿਊਅਰਸ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਹਾਲਾਤ ਨੂੰ ਵੇਖਦੇ ਹੋਏ ਤੇ ਅੱਜ ਦੀਆਂ ਜਿਹੜੀਆਂ ਨਵੀਆਂ ਪ੍ਰੋਬਲਮਸ ਰੇਜ਼ ਹੋ ਰਹੀਆਂ ਨੇ ਉਹਨਾਂ ਨੂੰ ਵੇਖਦੇ ਹੋਏ? ਵੈਲ ਡਿਫਰੈਂਟ ਟਾਈਮ ਆ, ਹਾਂ, ਪਰ ਆਈ ਨਹੀਂ ਗਾ ਵੀ ਕਦੇ ਕੋਈ ਅੱਗੇ ਲਾਈਫ ਦੇ ਵਿੱਚ ਕੋਈ ਇਹੋ ਜਿਹੀ ਸਮੱਸਿਆ ਕਦੇ ਆਈ ਨਹੀਂ ਗੀ। ਸਪੈਨਿਸ਼ ਫਲੂ ਸੀ, ਹੋਰ ਵੀ ਬਥੇਰੀਆਂ ਚੀਜ਼ਾਂ ਆ ਰਹੀਆਂ, ਕਾਜ਼ਸ ਆਫ ਨੇਚਰ ਹੋ ਜਾਂਦੀਆਂ। ਤੁਹਾਨੂੰ ਦੇਖਣਾ ਪੈਂਦਾ ਸਾਡੀ ਕਾਸਟ ਇਹਨੂੰ ਰਾਈਟ ਕਰਨ ਨੂੰ ਕੀ ਆ। ਅੱਛਾ, ਅਸੀਂ ਇਹਨੂੰ ਬਦਲ ਕਿਸ ਤਰੀਕੇ ਦੇ ਨਾਲ ਸਕਦੇ ਹਾਂ। ਯੂਜ਼ ਕਾਮਨ ਸੈਂਸ। ਜਦੋਂ ਵੀ ਪੋਸੀਬਲ ਹੈਗਾ ਕੁਛ ਪਾਉਣ ਨੂੰ ਸਾਨੂੰ ਕੁਛ ਦੇਣਾ ਪੈਂਦਾ। ਬਿਲਕੁਲ ਠੀਕ ਹੈ, ਰਾਈਟ। ਸੋ ਇਹ ਦੇਖੋ ਵੀ ਅਸੀਂ ਪਾਉਣ ਦੀ ਕੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸ ਤਰੀਕੇ ਦੇ ਨਾਲ ਹੋਲ ਪੂਰੇ ਦੁਆਰਾ ਹੋ ਨਹੀਂ ਸਕਦੇ। ਵੈਰੀ ਰਾਈਟ। ਸੋ ਵੀ ਹੈਵ ਟੂ ਟ੍ਰੈਡ ਕੇਅਰਫੁਲੀ। ਜਦੋਂ ਦੇਖਣਾ ਪੈਣਾ ਵੀ ਸਾਡਾ ਬਣੂਗਾ ਕੀ ਤੇ ਇਹਦਾ ਫਾਇਦਾ ਕੀ ਹੈ। ਸੋ ਜੇ ਅਸੀਂ ਕਿਸੇ ਨੂੰ $100 ਦੇ ਆਂਦਾ ਡਿਪੋਜ਼ਿਟ, ਬਿਲਕੁਲ ਉੱਥੇ ਚਿੜ ਕਰਨ ਦੇ ਬਜਾਏ ਉਹ $100 ਦੇਣਾ ਹੀ ਨਹੀਂ ਸੌਖਾ। ਉਹ ਦੂਸਰੇ ਬੰਦੇ ਨੇ ਜਿਹੜਾ ਦਿੱਤਾ ਉਹਨੇ ਤਾਂ ਸੋਚਣਾ ਵੀ ਮੇਰੇ ਇਹ ਚੀਜ਼ ਆਈ ਹੋਈ ਹੈ। ਯੂਜ਼ ਇਟ ਇਨ ਅ ਡਿਫਰੈਂਟ ਵੇ। ਦੈਟਸ ਰਾਈਟ। ਲਾਈਕ ਅ ਮੇਕਅਪ ਆਰਟਿਸਟ, ਇਫ ਯੂ've made a deposit there for something, ਉਹਦੇ ਤੁਸੀਂ ਸੋਚੋ ਵੀ ਠੀਕ ਆ ਵਿਆਹ ਦਾ ਨਹੀਂ ਹੋਇਆ, ਕੋਈ ਹੋਰ ਫੰਕਸ਼ਨ ਆਊਗਾ ਫਿਊਚਰ ਦੇ ਵਿੱਚ, ਮੇਰਾ ਇੰਨਾ ਕ੍ਰੈਡਿਟ ਆ ਤੇਰੇ ਕੋਲ, ਕਿਉਂ ਕਰਕੇ ਮੇਬੀ ਉਹ ਤੁਹਾਨੂੰ ਬੈਕ ਨਹੀਂ ਦੇ ਸਕਦੇ। ਬਿਲਕੁਲ। ਤੇ ਉਹ ਬੈਕ ਲੈਂਦੇ ਤੁਹਾਡਾ ਹੋਰ ਨੁਕਸਾਨ ਹੋ ਜਾਣਾ ਫਾਈਨੈਂਸ਼ੀਅਲੀ। ਸੋ ਬਹੁਤ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ ਵੀ ਕਿਸ ਤਰੀਕੇ ਦੇ ਨਾਲ ਬਿਜ਼ਨਸ ਸਮਾਰਟਸ ਥੋੜੀ ਜਿਹੀ ਵਰਤਣੀ ਪੈਂਦੀ ਆ। ਬਿਲਕੁਲ ਸਹੀ ਹੈ। ਵੈਲ ਉਪਹਾਰ, ਥੈਂਕ ਯੂ ਸੋ ਮਚ ਫॉर योर ਟਾਈਮ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਦੋਸਤੋ, ਹੁਣੇ ਤੁਸੀਂ ਵੇਖਿਆ ਉਪਹਾਰ ਧਾਲੀਵਾਲ ਜੀ, ਇਹਨਾਂ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਾਨੂੰ ਐਕਸਪਲੇਨ ਕੀਤਾ ਕਿ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਦੇ ਰਾਈਟਸ ਕੀ ਨੇ, ਜਿਹੜੇ ਵੈਂਡਰਸ ਨੇ ਉਹਨਾਂ ਦੇ ਰਾਈਟਸ ਕੀ ਨੇ। ਲੇਕਿਨ ਅੱਜ ਸਮਾਂ ਸਿਰਫ ਰਾਈਟਸ ਨੂੰ ਲੈ ਕੇ ਝੰਡੇ ਚੱਕਣ ਦਾ ਨਹੀਂ ਹੈ। ਅੱਜ ਸਮਾਂ ਇੱਕ ਦੂਸਰੇ ਦੇ ਹੱਥ ਨੂੰ ਫੜਨ ਦਾ ਹੈ, ਕਿਉਂਕਿ ਅੱਜ ਵੈਂਡਰਸ ਵੀ ਬਹੁਤ ਸਖਤੇ ਦੇ ਵਿੱਚ ਨੇ ਤੇ ਕੰਜ਼ਿਊਮਰਸ ਨੂੰ ਵੀ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ। ਅੱਜ ਇਸ ਪੈਂਡੈਮਿਕ ਤੋਂ, ਇਸ ਮਹਾਮਾਰੀ ਤੋਂ ਅਸੀਂ ਤਾਂ ਹੀ ਬਾਹਰ ਨਿਕਲ ਸਕਦੇ ਹਾਂ ਜੇ ਇੱਕ ਦੂਸਰੇ ਦਾ ਸਾਥ ਦੇਵਾਂਗੇ। ਇਸੇ ਦੇ ਨਾਲ ਆਪਣੀ ਹੋਸਟ ਅੰਮ੍ਰਿਤ ਨੂੰ ਦਿਓ ਇਜਾਜ਼ਤ। ਕੱਲ ਨੂੰ ਫਿਰ ਮੁਲਾਕਾਤ ਹੋਏਗੀ ਇੱਕ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਲਈ ਖੁਸ਼ ਰਹੋ, ਹੱਸਦੇ ਰਹੋ, ਵਾਸਤੇ ਰਹੋ। ਰੱਬ ਰਾਖਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।